ਸਤਿ ਸ਼੍ਰੀ ਅਕਾਲ ਫਰੈਂਡਸ, ਇਟਸ ਸੰਡੇ ਮਾਰਨਿੰਗ ਐਂਡ ਮੈਂ ਤੁਹਾਡਾ ਜੀਕੇ ਦੋਸਤ ਅਜੇ ਸਿਡਾਨਾ ਵੈਲਕਮ ਕਰਦਾ ਗਿਲਸ ਮੈਂਟੋਰ ਈ ਲਰਨਿੰਗ ਦੇਖ ਰਹੇ ਸਾਰੇ ਹੀ ਐਸਪਾਇਰੈਂਟਸ ਦਾ। ਸੋ ਜਿਵੇਂ ਕਿ ਲਾਸਟ ਵੀਕ ਇੰਟਰੋਡਿਊਸ ਕਰਵਾਇਆ, ਇਹ ਲੈਕਚਰ ਹੈ ਸੰਡੇ ਜੀਕੇ ਬਲਾਸਟ, ਜੋ ਕਿ ਉਹ ਜੜੀ ਬੂਟੀ ਹੈ ਜੋ ਹਰ ਇੱਕ ਐਗਜ਼ਾਮ ਐਸਪਾਇਰੈਂਟਸ ਨੂੰ ਲੈਣੀ ਹੀ ਪਏਗੀ ਅਗਰ ਉਹਨੇ ਐਗਜ਼ਾਮ 'ਚ ਅੱਛਾ ਪਰਫਾਰਮ ਕਰਨਾ ਹੈ ਤਾਂ। ਟੌਪਿਕ ਹੈ ਦੋਸਤੋ बर्निंग इशूज़ ऑफ मई सेकेंड वीक, या कंप्लीट कहाँ तो स्टैटिक जीके अबाउट दोज बर्निंग इशूज़ जो कि इस वीक च बड़े ही पॉपुलर रहे। सो जिमें कि दसिया इट इज़ मस्ट और इट इज़ इसेंशियल फॉर एवरी गौरमेंट जॉब एसपायरेंट। लास्ट संडे की वीडियो च भी मैं यही दावा किया सी, ਜਿਹਨੂੰ ਮੈਂ ਹੁਣ ਰਿਪੀਟ ਕਰ ਰਿਹਾ ਕਿ ਇਸ ਟੌਪਿਕ ਦੀ ਤੇ ਤੁਹਾਡੀ ਆਪਣੀ ਲੈਂਗੁਏਜ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਵੀਡੀਓ YouTube ਤੇ ਫ੍ਰੀ ਆਫ ਕੋਸਟ ਅਵੇਲੇਬਲ ਨਹੀਂ ਹੈ। ਸੋ ਸਿਰਫ ਆਪਣੀ ਹੀ ਵੀਡੀਓ ਹੈ ਜੋ ਤੁਸੀਂ ਇਹਨੂੰ ਹਰ ਸੰਡੇ ਲਗਾ ਸਕਦੇ ਹੋ। ਤੁਹਾਡੀ ਆਪਣੀ ਲੈਂਗੁਏਜ ਦੇ ਵਿੱਚ ਤੁਹਾਨੂੰ ਬਰਨਿੰਗ ਇਸ਼ੂ ਦੀ ਇੱਕ ਇੱਕ ਡਿਟੇਲ ਇਸ 'ਚ ਦੱਸੀ ਜਾਂਦੀ ਹੈ। ਸੋ ਇਹ ਵੀਕਲੀ ਜੋ ਲੈਕਚਰ ਹੈ ਇਹ ਕਵਰ ਕਰਦਾ ਹੈ ਦੋਸਤੋ ਜਰਨਲ ਅਵੇਅਰਨੈਸ। ਜਰਨਲ ਅਵੇਅਰਨੈਸ ਜੀਐਸ ਜੀਕੇ ਜਰਨਲ ਅਵੇਅਰਨੈਸ ਕੀ ਡਿਫਰੈਂਸ ਹੈ ਇਹ ਮੈਂ ਦੁਬਾਰਾ ਰਿਪੀਟ ਨਹੀਂ ਕਰਾਂਗਾ। ਇਹ ਤੁਸੀਂ ਲਾਸਟ ਵੀਕ ਜੋ ਮਈ ਫਸਟ ਵੀਕ ਦੀ ਵੀਡੀਓ ਹੈ ਉਹਨੂੰ ਤੁਸੀਂ ਦੇਖ ਸਕਦੇ ਹੋ। ਜਿਨ੍ਹਾਂ ਨੇ ਦੇਖੀ ਹੈ ਉਹਨਾਂ ਨੂੰ ਪਤਾ ਹੈ। ਤੁਹਾਨੂੰ ਮੈਂ ਇੱਕ ਇੱਕ ਚੀਜ਼ ਦੱਸੀ ਸੀ ਕਿ ਜੀਐਸ ਜੀਕੇ ਐਂਡ ਜੀਏ ਦੇ ਵਿੱਚ ਕੀ ਡਿਫਰੈਂਸ ਹੈ। ਮੈਂ ਇੱਥੇ ਇਹ ਦੱਸਿਆ ਸੀ ਕਿ ਤੁਸੀਂ ਥੋੜ੍ਹਾ ਸੋਚੋ ਕਿ ਐਗਜ਼ਾਮੀਨਰ ਸਟੈਟਿਕ ਜੀਕੇ ਦੇ ਜਾਂ ਐਗਜ਼ਾਮੀਨਰ ਜੀਕੇ ਦੇ ਕੁਐਸਚਨ ਕਿਸ ਤਰ੍ਹਾਂ ਬਣਾਉਂਦੇ ਹੋਣਗੇ। ਉਹ ਕਿਸ ਤਰ੍ਹਾਂ ਬਣਦੇ ਹੈ ਕਿ ਜੋ ਕਰੰਟ ਇਸ਼ੂਜ਼ ਚੱਲ ਰਹੇ ਹੁੰਦੇ ਹੈ, ਕਰੰਟ ਇਸ਼ੂ ਦੁਨੀਆ 'ਚ ਜੋ ਵੀ ਕਰੰਟ ਇਸ਼ੂ ਚੱਲ ਰਿਹਾ ਹੈ ਉਸ ਨਾਲ ਰਿਲੇਟ ਕਰਦੀ ਹੋਈ ਕੋਈ ਲੋਕੇਸ਼ਨ, ਉਸ ਨਾਲ ਰਿਲੇਟ ਕਰਦਾ ਹੋਇਆ ਕੋਈ ਵੀ ਰੂਲ, ਕੋਈ ਐਕਟ ਜੋ ਪੁੱਛੇ ਜਾਂਦੇ ਹੈ, ਜੋ ਤੁਹਾਨੂੰ ਬੁੱਕਸ ਦੇ ਵਿੱਚ ਫਾਈਂਡ ਆਊਟ ਕਰਨੇ ਬੜੇ ਟਫ ਹੋ ਜਾਂਦੇ ਆ, ਉਹਨਾਂ ਉਸ ਤਰ੍ਹਾਂ ਦੇ ਟੌਪਿਕਸ ਨੂੰ ਤੁਸੀਂ ਜਦੋਂ ਆ ਵੀਡੀਓ ਦੇਖੋਗੇ ਤੁਹਾਨੂੰ ਜ਼ਿਆਦਾ ਸਮਝ ਆਏਗਾ ਕਿ ਆਪਾਂ ਕਿਸ ਬਾਰੇ ਗੱਲ ਕਰ ਰਹੇ ਹਾਂ। ਸੋ ਅਗਰ ਤੁਸੀਂ ਮਈ ਫਸਟ ਵੀਕ ਦੀ ਵੀਡੀਓ ਹਜੇ ਤੱਕ ਨਹੀਂ ਦੇਖੀ ਹੈ ਤਾਂ ਉਹਨੂੰ ਵੀ ਜ਼ਰੂਰ ਦੇਖੋ ਜੋ ਕਿ ਪਲੇਲਿਸਟ ਦੇ ਵਿੱਚ ਅਵੇਲੇਬਲ ਹੈ। ਸੋ ਇੱਕ ਚੀਜ਼ ਹੋਰ, ਆਪਣੇ ਜੋ ਵੀਕ ਦੇ ਵਿੱਚ ਸਟੈਟਿਕ ਜੀਕੇ ਦੇ 3 ਲੈਕਚਰ ਆਪਾਂ ਲਗਾ ਰਹੇ ਹਾਂ। 3 ਲੈਕਚਰ ਜੋ ਕਿ ਹੈ ਟਿਊਜ਼ਡੇ, ਦੈਨ ਫਰਾਈਡੇ ਐਂਡ ਦੈਨ ਸੰਡੇ। ਸੰਡੇ ਤੁਹਾਨੂੰ ਪਤਾ ਹੀ ਹੈ ਜੀਕੇ ਬਲਾਸਟ ਦੀ ਵੀਡੀਓ ਆਪਾਂ ਲੈ ਕੇ ਆਉਂਦੇ ਹਾਂ। ਟਿਊਜ਼ਡੇ ਐਂਡ ਫਰਾਈਡੇ ਨੂੰ ਆਪਾਂ ਜੋ ਵੀ ਸਟੈਟਿਕ ਜੀਕੇ ਦੇ ਜੋ ਟੌਪਿਕਸ ਹੈ ਆਪਾਂ ਇੱਕ ਇੱਕ ਟੌਪਿਕ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਟੈਟਿਕ ਜੀਕੇ ਦੇ 100 ਦੇ ਕਰੀਬ ਟੌਪਿਕ ਹੋ ਸਕਦੇ ਹੈ। ਸੋ ਆਪਾਂ ਇੱਕ ਇੱਕ ਟੌਪਿਕ ਦੀ ਡੀਪ ਤੋਂ ਡੀਪ ਜੋ ਹੈ ਉਹ ਇਨਫੋਰਮੇਸ਼ਨ ਆਪਾਂ ਉਹ 'ਚ ਡਿਸਕਸ ਕਰਦੇ ਹਾਂ। ਕੰਟੈਂਟ ਫਰੈਂਡਸ ਇੰਨਾ ਕੁ ਇਸ ਵੀਡੀਓ ਦਾ ਜ਼ਿਆਦਾ ਹੁੰਦਾ ਹੈ। ਅੱਜ ਦੀ ਵੀਡੀਓ ਵੀ ਤੁਸੀਂ ਦੇਖੋਗੇ ਲੈਕਚਰ ਜ਼ਰੂਰ 40 ਜਾਂ 45 ਮਿੰਟ ਦਾ ਹੋਏਗਾ, ਲੇਕਿਨ ਤੁਸੀਂ ਚਾਹੇ ਤਾਂ ਸਕਰੀਨਸ਼ਾਟ ਲੈਣੇ ਹੈ ਜਾਂ ਤੁਸੀਂ ਨੋਟਸ ਬਣਾਉਣੇ ਹੈ ਜਾਂ ਤੁਸੀਂ PDF ਦੀ ਵੇਟ ਕਰਨੀ ਹੈ, ਪਲੱਸ ਤੁਸੀਂ ਇਹਨਾਂ ਜੋ ਤੁਹਾਨੂੰ ਕੰਟੈਂਟ ਮਿਲੇਗਾ ਉਸ ਕੰਟੈਂਟ ਤੋਂ ਤੁਸੀਂ ਨੋਟਸ ਬਣਾਉਣੇ ਹੈ। ਲੈਕਚਰ 40-45 ਮਿੰਟ ਦਾ ਹੋਏਗਾ, ਲੇਕਿਨ ਤੁਹਾਨੂੰ ਕੰਟੈਂਟ ਪੜ੍ਹਦਿਆਂ ਨੂੰ ਅਗਰ ਤੁਸੀਂ ਉਹਨੂੰ ਤਰੀਕੇ ਨਾਲ ਪੜ੍ਹਨਾ ਹੈ ਤਾਂ ਤੁਸੀਂ 2 ਜਾਂ 3 ਘੰਟੇ ਉਸ ਕੰਟੈਂਟ 'ਤੇ ਲਗਾਓ ਤਾਂ ਕਿ ਤੁਹਾਨੂੰ ਇੱਕ ਇੱਕ ਟੌਪਿਕ ਜੋ ਹੈ ਉਹ ਗ੍ਰੈਪਸ ਹੋ ਜੇ। ਸੋ ਵੀ ਲਾਸਟ ਵੀਕ ਦੀ ਵੀਡੀਓ 'ਚ ਕੁਝ ਫਰੈਂਡਸ ਨੇ ਕਮੈਂਟ ਕੀਤਾ ਕਿ ਸਰ ਇਹਦੇ ਨਾਲ ਕੁਇਜ਼ ਵੀ ਕਰਵਾਓ। ਕੁਇਜ਼ ਨੂੰ ਆਪਾਂ ਲੈ ਕੇ ਆਵਾਂਗੇ, ਲੇਕਿਨ ਕੰਟੈਂਟ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੰਟੈਂਟ ਇੰਨਾ ਕੁ ਜ਼ਿਆਦਾ ਹੈ ਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਏਗੀ, ਤਾਂ ਉਸ ਚੀਜ਼ ਦੀ ਵੀ ਦਿੱਕਤ ਆਏਗੀ। ਤਾਂ ਆਪਾਂ ਇਸ ਚੀਜ਼ ਦਾ ਕੋਈ ਸੋਲੂਸ਼ਨ ਕੱਢਦੇ ਹਾਂ ਕਿ ਜਾਂ ਤਾਂ ਜੋ MCQ ਹੈ ਉਹ ਆਪਾਂ ਕਿਸੇ ਇੱਕ ਹੋਰ ਇਸ ਵੀਡੀਓ ਦਾ ਦੂਸਰਾ ਪਾਰਟ ਲੈ ਲਾਂਗੇ ਜਿਹਦੇ 'ਚ ਆਪਾਂ MCQ ਵੀ ਕਰ ਲਿਆ ਕਰਾਂਗੇ। ਸੋ ਜਿਵੇਂ ਤੁਹਾਨੂੰ ਦੱਸਿਆ ਕਿ ਆਪਾਂ ਸਾਰਾ ਕੰਟੈਂਟ ਜੋ ਹੈ ਹੁਣ ਆਪਾਂ ਸਟਾਰਟ ਕਰਦੇ ਹਾਂ। ਮੇਨ ਬਰਨਿੰਗ ਇਸ਼ੂਜ਼ ਕੀ ਰਹੇ? ਫਸਟ ਇਜ਼ ਨਿਊ ਰੋਡ ਟੂ ਕੈਲਾਸ਼ ਮਾਨਸਰੋਵਰ, ਸੈਕਿੰਡ ਬਲੈਕ ਪੈਂਥਰ ਇਨ ਨੇਤਰਾਵਲੀ ਸੈਂਚੁਰੀ, ਮਿਸ਼ਨ ਸਾਗਰ, ਇੰਟਰਨੈਸ਼ਨਲ ਨਰਸਿਸ ਡੇ, ऑपरेशन शक्ति दैट इज NTD, देन पेंगोंग सो लेक, आरोग्य सेतु ऐप, आत्मनिर्भर भारत, MSMEs एंड CAPF। ਇਹਨਾਂ ਸਾਰਿਆਂ ਨੂੰ ਆਪਾਂ ਡਿਟੇਲ 'ਚ ਕਰਾਂਗੇ। ਇਹ ਉਹ ਅਖਬਾਰ ਦੀਆਂ ਜੋ ਪੂਰੇ ਵੀਕ ਦੇ ਵਿੱਚ ਹੈਡਲਾਈਨਸ ਰਹੀਆਂ ਜਾਂ ਮੇਨ ਨਿਊਜ਼ ਰਹੀ, ਇਹ ਉਹ ਨਿਊਜ਼ ਹੈ। ਇੱਕ ਚੀਜ਼ ਤੁਹਾਨੂੰ ਹੋਰ ਦੱਸਾਂ ਕਿ ਇਹ ਵੀਡੀਓ ਕਰੰਟ ਅਫੇਅਰ ਦੀ ਵੀਡੀਓ ਨਾਲੋਂ ਕਿਵੇਂ ਡਿਫਰੈਂਟ ਹੈ। ਕਰੰਟ ਅਫੇਅਰ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਦੇ ਜੋ ਕਰੰਟ ਇਸ਼ੂਜ਼ ਹੈ ਜਾਂ ਕਰੰਟ ਕੀ ਰਿਹਾ ਉਹ ਚੀਜ਼ ਆਪਾਂ ਕਰਦੇ ਹਾਂ, ਲੇਕਿਨ ਐਗਜ਼ਾਮੀਨਰ ਪੁੱਛਦਾ ਹੈ ਕਰੰਟ ਅਫੇਅਰ ਦੇ ਨਾਲ ਨਾਲ ਕਰੰਟ GA, ਯਾਨੀ ਕਿ GA ਹੁੰਦਾ ਕੀ ਹੈ? ਕਰੰਟ ਇਸ਼ੂਜ਼ ਕੰਪਲੀਟ ਡਿਟੇਲ
ਕੰਪਲੀਟ ਇਨਫੋਰਮੇਸ਼ਨ ਅਬਾਊਟ ਦੀ ਕਰੰਟ ਇਸ਼ੂਜ਼। ਸਪੈਸ਼ਲੀ ਤੁਸੀਂ ਦੇਖੋ ਪੰਜਾਬ ਦਾ PPSC ਦਾ ਇਹ ਬੜਾ ਹੀ ਮਤਲਬ ਤੁਸੀਂ ਇਹ ਲਗਾ ਲਓ ਕਿ ਹੌਟ ਟੌਪਿਕ ਰਹਿੰਦਾ ਹੈ। ਸਪੈਸ਼ਲੀ ਜਿਨ੍ਹਾਂ ਫਰੈਂਡਸ ਨੇ ਅੱਗੇ ਆਉਣ ਵਾਲੇ ਪ੍ਰਿੰਸੀਪਲ ਹੈਡਮਾਸਟਰ ਦਾ ਐਗਜ਼ਾਮ ਦੇਣਾ ਤਾਂ ਤੁਸੀਂ ਦੇਖਣਾ ਤੁਹਾਨੂੰ ਮੇਨ ਪੁੱਛਿਆ ਜਾਏਗਾ ਜਨਰਲ ਅਵੇਅਰਨੈਸ, ਕਰੰਟ ਇਸ਼ੂਜ਼ ਜੋ ਰਹੇ ਉਹਨਾਂ ਨਾਲ ਜੁੜਦੀ ਹੋਈ ਸਟੈਟਿਕ GK ਤੁਹਾਨੂੰ ਪੁੱਛੀ ਜਾਏਗੀ। ਸੋ ਜਿਵੇਂ ਜਿਵੇਂ ਆਪਾਂ ਵੀਡੀਓ 'ਚ ਅੱਗੇ ਜਾਵਾਂਗੇ ਤੁਸੀਂ ਦੇਖੋਗੇ ਕਿ ਮੈਂ ਕਿਸ ਬਾਰੇ ਜੋ ਹੈ ਉਹ ਗੱਲ ਕਰ ਰਿਹਾ। ਸੋ ਆਪਾਂ ਇਹਦੀ ਇੱਕ ਇੱਕ ਡਿਟੇਲ ਕਰਦੇ ਹਾਂ, ਸਟੈਟਿਕ GK ਐਂਡ ਇਨਫੋਰਮੇਸ਼ਨ ਅਬਾਊਟ ਦੀ ਇਸ਼ੂਜ਼ ਇਨ ਡਿਟੇਲ। ਸੋ ਦੇਖੋ ਫਸਟ ਇਸ਼ੂ ਟੌਪਿਕ ਕੀ ਹੈ, ਨਿਊ ਰੋਡ ਟੂ ਕੈਲਾਸ਼ ਮਾਨਸਰੋਵਰ। ਨਿਊਜ਼ ਕੀ ਰਿਹਾ, ਨਿਊਜ਼ਪੇਪਰ ਦੀ ਨਿਊਜ਼ ਸੀ, ਡਿਫੈਂਸ ਮਿਨਿਸਟਰ ਇਨੋਗ੍ਰੇਟਸ ਲਿੰਕ ਰੋਡ ਟੂ ਕੈਲਾਸ਼ ਮਾਨਸਰੋਵਰ। ਸੋ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਕਰੰਟ ਅਫੇਅਰ ਦੇ ਵਿੱਚ ਟੌਪਿਕ ਬਣੇਗਾ ਕਿ ਰੀਸੈਂਟਲੀ ਜੋ ਕੈਲਾਸ਼ ਮਾਨਸਰੋਵਰ ਦੀ ਜੋ ਰੋਡ ਸੀ ਉਹਨੂੰ ਕਿੰਨੇ ਜੋ ਹੈ ਉਹ ਇਨੋਗ੍ਰੇਟ ਕੀਤਾ। ਸੋ ਹੂ ਇਜ਼ ਦੀ ਡਿਫੈਂਸ ਮਿਨਿਸਟਰ? ਡਿਫੈਂਸ ਮਿਨਿਸਟਰ ਇਜ਼ ਮਿਸਟਰ ਰਾਜਨਾਥ ਸਿੰਘ, which is his constituency in Lok Sabha, that is ਲਖਨਊ ਉੱਤਰ ਪ੍ਰਦੇਸ਼। ਸੋ ਇਹ ਰਹੀ ਗੱਲ ਕਰੰਟ ਅਫੇਅਰ ਦੀ। ਹੁਣ ਆਪਾਂ ਗੱਲ ਕਰਦੇ ਹਾਂ ਦੀ ਸਟੈਟਿਕ GK ਦੀ। ਸੋ ਵਟ ਇਜ਼ ਕੈਲਾਸ਼ ਮਾਨਸਰੋਵਰ? ਤੁਸੀਂ ਦੇਖਿਆ ਹੋਏਗਾ ਐਸੇ ਵੀਕ ਆਪਾਂ ਜੋ ਸਟੈਟਿਕ GK 'ਚ ਆਪਾਂ ਟੌਪਿਕ ਕਵਰ ਕੀਤਾ ਹੈ ਟਿਊਜ਼ਡੇ ਐਂਡ ਫਰਾਈਡੇ ਨੂੰ, ਉਹ ਹੈ ਟੈਂਪਲਸ ਆਫ ਇੰਡੀਆ। ਜਿਨ੍ਹਾਂ ਨੇ ਨਹੀਂ ਦੇਖਿਆ ਉਹ ਦੇਖ ਸਕਦੇ ਆ ਪਲੇਲਿਸਟ। ਸੋ ਤੁਸੀਂ ਕਹੋਗੇ ਕਿ ਸਰ ਕੈਲਾਸ਼ ਮਾਨਸਰੋਵਰ ਤਾਂ ਆਪਾਂ ਉਹਦੇ 'ਚ ਟੈਂਪਲ ਕੀਤਾ ਹੀ ਨਹੀਂ। ਯੈਸ ਨਹੀਂ ਕੀਤਾ ਕਿਉਂਕਿ ਇਹ ਇੰਡੀਆ 'ਚ ਨਹੀਂ ਹੈ, ਇਹ ਹੈ ਤਿੱਬਤ ਰੇਂਜ, ਦੈਟ ਇਜ਼ ਚਾਈਨਾ। ਤਿੱਬਤ ਜੋ ਪਹਿਲਾਂ ਇੱਕ ਆਟੋਨੋਮਸ ਰੀਜਨ ਹੁੰਦਾ ਸੀ ਹੁਣ ਚਾਈਨਾ ਦੇ ਅਧੀਨ ਹੈ। ਸੋ ਇਹਨੂੰ ਆਪਾਂ ਚਾਈਨਾ 'ਚ ਵੀ ਕਹਿ ਸਕਦੇ ਹਾਂ, ਤਿੱਬਤ 'ਚ ਵੀ ਕਹਿ ਸਕਦੇ ਹਾਂ। ਕੀ ਕਿਹੜੇ ਮਾਊਂਟ ਤੇ ਹੈ ਇਹ? ਮਾਊਂਟ ਕੈਲਾਸ਼, ਜੋ ਕਿ 6638 ਮੀਟਰ ਦੀ ਹਾਈਟ ਹੈ ਜਿੰਦੀ। ਐਂਡ ਇਹ ਬੜੀ ਇੰਪੋਰਟੈਂਟ ਹੈ ਕਿਉਂਕਿ ਇੰਡੀਆ ਦੀਆਂ ਬਹੁਤ ਇੰਪੋਰਟੈਂਟ ਰਿਵਰਸ ਲਾਈਕ ਸਿੰਧੂ, ਸਤਲੁਜ, ਬ੍ਰਹਮਪੁੱਤਰਾ, ਉਹਨਾਂ ਦਾ ਉਦਗਮ ਸਥਲ ਦੈਟ ਇਜ਼ ਓਰੀਜਨ ਜੋ ਹੈ ਉਹ ਵੀ ਕੈਲਾਸ਼ ਮਾਨਸਰੋਵਰ ਤੇ ਹੀ ਹੈ। ਐਂਡ ਐਜ਼ ਵੈਲ ਐਜ਼ ਇਹ ਪਿਲਗ੍ਰਿਮੇਜ ਸਾਈਟ ਹੈ, ਧਾਰਮਿਕ ਸਥਾਨ ਹੈ ਇਹ ਹਿੰਦੂਆਂ ਦਾ, ਜੈਨ ਦਾ, ਐਜ਼ ਵੈਲ ਐਜ਼ ਬੌਧ ਧਰਮ ਦਾ। ਈਵਨ ਫਰੈਂਡਸ ਹਿੰਦੂ ਧਰਮ 'ਚ ਤਾਂ ਕਿਹਾ ਜਾਂਦਾ ਹੈ ਕਿ ਇਹ ਭਗਵਾਨ ਸ਼ਿਵ ਦਾ ਜੋ ਹੈ ਉਹ ਮੇਨ ਸਥਾਨ ਹੈ। ਐਂਡ ਹੈਵਨ ਔਨ ਦੀ ਅਰਥ ਹੈ, ਮੀਨਸ ਧਰਤੀ ਦਾ ਇਹ ਸਵਰਗ ਹੈ ਕੈਲਾਸ਼ ਮਾਨਸਰੋਵਰ। ਸੋ ਕੈਲਾਸ਼ ਮਾਨਸਰੋਵਰ ਦੀ ਅਗਰ ਆਪਾਂ ਗੱਲ ਕਰੀਏ ਤਾਂ ਕੈਲਾਸ਼ ਮਾਨਸਰੋਵਰ 'ਚ ਜਾਣ ਲਈ 3 ਰਸਤੇ ਹੈ ਦੋਸਤੋ, ਧਿਆਨ ਨਾਲ ਸੁਣਨਾ, ਨੋਟ ਕਰ ਲਓ। 3 ਰਸਤੇ ਹੈ ਕੈਲਾਸ਼ ਮਾਨਸਰੋਵਰ ਤੱਕ ਪਹੁੰਚਣ ਦੇ। ਉਹ 3 ਰਸਤੇ ਜਿਵੇਂ ਮੈਂ ਕਿਹਾ 3 ਰਸਤੇ ਹੈ। ਇੱਕ ਹੈ ਉੱਤਰਾਖੰਡ ਦੇ ਲਿਪੂ ਲੇਕ ਪਾਸ ਤੋਂ ਹੁੰਦਾ ਹੋਇਆ, ਦੂਸਰਾ ਹੈ ਸਿੱਕਿਮ ਤੋਂ ਨਾਥੂਲਾ ਪਾਸ ਤੋਂ ਹੁੰਦਾ ਹੋਇਆ, ਐਂਡ ਥਰਡ ਹੈ ਕਾਠਮਾਂਡੂ, ਨੇਪਾਲ ਦੀ ਕੈਪੀਟਲ ਕਾਠਮਾਂਡੂ। ਤਿੰਨਾਂ ਚੋਂ ਕੋਈ ਵੀ ਰਸਤਾ ਆਪਾਂ ਲੈ ਲਈਏ, ਮੰਨ ਲਓ ਕਿਸੇ ਇੱਕ ਪਰਸਨ ਨੇ ਦਿੱਲੀ ਤੋਂ ਕੈਲਾਸ਼ ਮਾਨਸਰੋਵਰ ਜਾਣਾ ਹੈ ਤਾਂ ਉਹਨੂੰ ਡਿਸਟੈਂਸ ਟਰੈਵਲ ਕਰਨੀ ਪੈਂਦੀ ਹੈ ਤਕਰੀਬਨ 3000। ਬਟ ਤਿੰਨਾਂ ਹੀ ਰਸਤਿਆਂ ਦੇ ਵਿੱਚ ਇੱਕ ਤੁਸੀਂ ਯਾਦ ਰੱਖਣਾ 43 ਕਿਲੋਮੀਟਰ ਦੀ ਇੱਕ ਟਰੈਕਿੰਗ ਹੈ। 43 ਕਿਲੋਮੀਟਰ ਪਹਾੜੀ ਰਸਤੇ ਬਰਫ਼ ਦੇ ਵਿੱਚ ਕਿਸੇ ਵੀ ਇੱਕ ਪਰਸਨ ਨੂੰ ਜਾਣਾ ਪੈਂਦਾ ਹੈ ਪੈਦਲ। ਇਹ ਸਭ ਤੋਂ ਵੱਡੀ ਸਮੱਸਿਆ ਹੈ, ਤਾਂ ਕਰਕੇ ਇਸ ਯਾਤਰਾ ਦੇ ਵਿੱਚ ਬਹੁਤ ਜ਼ਿਆਦਾ ਜੋ ਹੈ ਉਹ ਸਮਾਂ ਲੱਗ ਜਾਂਦਾ ਹੈ। ਇਸ ਸਮੇਂ ਨੂੰ ਘਟਾਉਣ ਲਈ ਹੁਣ ਨਿਊਜ਼ ਕੀ ਹੈ, ਇਸ ਸਮੇਂ ਨੂੰ ਘਟਾਉਣ ਲਈ ਇੱਕ ਰੋਡ ਨੂੰ ਜੋ ਹੈ ਇਨੋਗ੍ਰੇਟ ਕੀਤਾ ਹੈ ਜੋ ਕਿ 2005 ਤੋਂ ਹੀ ਬਣਦੀ ਆ ਰਹੀ ਸੀ। ਟਾਰਗੇਟ ਸੀ 2022 ਨੂੰ ਤੱਕ ਬਣਾਉਣ ਦਾ। ਸੋ ਗਵਰਨਮੈਂਟ ਨੇ ਇਹਨੂੰ 2 ਸਾਲ ਪਹਿਲਾਂ ਹੀ ਕੰਪਲੀਟ ਕਰ ਲਿਆ ਹੈ। ਇਹ ਹੈ 80 ਕਿਲੋਮੀਟਰ ਰੋਡ ਲਿੰਕ ਜੋ ਕਿ ਕਨੈਕਟ ਕਰਦਾ ਹੈ ਉੱਤਰਾਖੰਡ ਦੇ ਲਿਪੂ ਲੇਕ ਪਾਸ ਨੂੰ ਧਾਰਚੂਲਾ ਨਾਲ। ਸੋ ਇਹ ਜੋ ਰਸਤਾ ਪਹਿਲਾਂ ਪੈਦਲ ਤੈਅ ਕਰਨਾ ਪੈਂਦਾ ਸੀ ਉਸ ਜਗ੍ਹਾ 'ਤੇ ਇੱਕ ਮੋਟਰੇਬਲ ਜੋ ਹੈ ਉਹ ਰੋਡ ਬਣਾ ਦਿੱਤੀ ਗਈ ਹੈ। ਰੋਡ ਬਣਾਈ ਹੋਈ ਵੀ ਦਿਖਾਈ ਗਈ ਹੈ ਤੁਹਾਨੂੰ। ਸੋ ਕਿੰਨੇ ਬਣਾਈ ਹੈ ਇਹ ਬਣਾਈ ਹੈ BRO, ਬੋਰਡਰ ਰੋਡ ਆਰਗੇਨਾਈਜੇਸ਼ਨ। BRO ਦਾ ਡਿਟੇਲ ਵੀ ਮੈਂ ਇੱਥੇ ਦਿੱਤੀ ਹੈ। BRO ਦਾ ਜੋ ਫਾਰਮੇਸ਼ਨ ਹੋਇਆ ਉਹ 1960 ਦੇ ਵਿੱਚ ਹੋਇਆ। ਇਹਦੇ ਜੋ ਕਰੰਟ ਡਾਇਰੈਕਟਰ ਜਨਰਲ ਹੈ ਉਹ ਹੈ ਲੈਫਟੀਨੈਂਟ ਜਨਰਲ ਹਰਪਾਲ ਸਿੰਘ। ਸੋ ਆਪਾਂ ਅੱਗੇ ਗੱਲ ਕਰੀਏ, ਇਹ ਹੈ ਤੁਹਾਡੇ ਸਾਹਮਣੇ ਇੱਕ ਮੈਪ ਜੋ ਕਿ ਹੈ ਕੈਲਾਸ਼ ਮਾਨਸਰੋਵਰ ਦਾ। ਜਿਵੇਂ ਮੈਂ ਤੁਹਾਨੂੰ 3 ਰਸਤੇ ਦੱਸੇ, ਹੁਣ ਆਪਾਂ ਜ਼ਿਆਦਾ ਉਹਦੀ ਡਿਟੇਲ 'ਚ ਨਾ ਜਾ ਕੇ ਆਪਾਂ ਇੱਕੋ ਰਸਤੇ ਦੀ ਗੱਲ ਕਰਦੇ ਹਾਂ। ਇੱਕ ਰਸਤਾ ਜੋ ਆਪਾਂ ਉੱਤਰਾਖੰਡ ਦੇ ਰਸਤੇ ਦੀ ਅਗਰ ਆਪਾਂ ਗੱਲ ਕਰੀਏ ਤਾਂ ਉੱਤਰਾਖੰਡ ਦਾ ਰਸਤਾ ਜਾਂਦਾ ਲਿਪੂ ਲੇਕ ਪਾਸ ਨੂੰ ਹੁੰਦਾ ਹੋਇਆ। ਹੁਣ ਇਹ ਪਾਸ ਕੀ ਹੁੰਦਾ ਇਹ ਵੀ ਮੈਂ ਤੁਹਾਨੂੰ ਅਗਲੀ ਸਲਾਈਡ 'ਚ ਦੱਸਾਂਗਾ। ਸੋ ਅਗਰ ਆਪਾਂ ਉੱਤਰਾਖੰਡ 'ਚੋਂ ਜਾਈਏ ਤਾਂ ਅਗਰ ਤੁਸੀਂ ਪਿਛਲੇ 6 ਮਹੀਨੇ ਸਾਲ ਤੋਂ ਅਗਰ ਤੁਸੀਂ ਨਿਊਜ਼ਪੇਪਰ ਜਾਂ ਮੇਨ ਹੈਡਲਾਈਨਸ ਵੀ ਪੜ੍ਹਦੇ ਹੋ ਤਾਂ ਤੁਸੀਂ ਇੱਕ ਲੋਕੇਸ਼ਨ ਪੜ੍ਹੀ ਹੋਏਗੀ ਕਾਲਾ ਪਾਣੀ।
ਕਾਲਾ ਪਾਣੀ ਜੋ ਹੈ ਇਹ ਇੱਕ ਜਗ੍ਹਾ ਦਾ ਨਾਮ ਹੈ ਜੋ ਕਿ ਇੰਡੀਆ ਤੇ ਨੇਪਾਲ ਦੇ ਵਿੱਚ ਹਮੇਸ਼ਾ ਤੋਂ ਇੱਕ ਥੋੜਾ ਨਾਰਾਜ਼ਗੀ ਦਾ ਇਸ਼ੂ ਰਿਹਾ ਹੈ ਕਿ ਨੇਪਾਲ ਕਹਿੰਦਾ ਹੈ ਕਿ ਕਾਲਾ ਪਾਣੀ ਜੋ ਹੈ ਉਹ ਟੋਟਲੀ ਸਾਡਾ ਏਰੀਆ ਹੈ। ਸੋ ਇਸ ਬਾਰੇ ਜੋ ਡਿਸਕਸ਼ਨ ਹੈ ਉਹ ਚੱਲ ਰਹੀ ਹੈ, ਲੇਕਿਨ ਇਹ ਰੋਡ ਵੀ ਤਾਂ ਹੀ ਇਹ ਰੋਡ ਦੇ ਵਿੱਚ ਇੰਡੀਆ ਤੇ ਨੇਪਾਲ ਦਾ ਵੀ ਥੋੜੇ ਇਸ਼ੂਜ਼ ਰਹੇ ਹੈ। ਸੋ ਇਹ ਇਸ਼ੂ ਕਿਉਂ ਰਹੇ ਹੈ ਕਿਉਂਕਿ ਇੰਡੀਆ ਨੇ ਜੋ ਇਹ ਰੋਡ ਬਣਾਈ ਹੈ ਇਹ ਕਾਲਾ ਪਾਣੀ ਜਗ੍ਹਾ ਤੋਂ ਹੁੰਦੇ ਹੋਏ ਬਣਾਈ ਹੈ। ਕਿਸ ਜਗ੍ਹਾ ਤੋਂ? ਲਿਪੂ ਲੇਕ ਟੂ ਧਾਰਚੁਲਾ, ਇਹ ਯਾਦ ਰੱਖਣਾ ਹੈ ਤੁਸੀਂ, ਲਿਪੂ ਲੇਕ ਟੂ ਧਾਰਚੁਲਾ। ਐਂਡ ਇਹ ਜੋ ਸਾਰੀਆਂ ਜੋ ਲੋਕੇਸ਼ਨਸ ਹੈ ਜੋ ਤੁਹਾਡੇ ਸਾਹਮਣੇ ਹੈ ਇਹ ਸਾਰੀਆਂ ਉੱਤਰਾਖੰਡ ਦੀਆਂ ਲੋਕੇਸ਼ਨਸ ਹੈ, ਉੱਤਰਾਖੰਡ। ਐਂਡ ਇਹ ਇੱਕ ਕੀ ਹੈ ਅਗਰ ਮੈਂ ਤੁਹਾਨੂੰ ਸਿੰਪਲੀ ਦੱਸਾਂ ਤਾਂ ਇੱਕ ਟਰਾਈ ਜੰਕਸ਼ਨ ਬਣਦਾ ਹੈ। ਟਰਾਈ ਜੰਕਸ਼ਨ ਮੀਨਸ ਆ ਇੰਡੀਆ ਹੈ, ਆ ਨੇਪਾਲ ਹੈ ਐਂਡ ਇਹ ਹੈ ਚਾਈਨਾ ਜਾਂ ਆਪਾਂ ਤਿੱਬਤ ਕਹਿ ਲਈਏ, ਤਿੱਬਤ। ਸੋ ਇਹ ਟਰਾਈ ਜੰਕਸ਼ਨ ਇਸ ਜਗ੍ਹਾ ਤੇ ਜੋ ਹੈ ਇਸ ਜਗ੍ਹਾ ਤੇ ਇਹ ਸਾਰਾ ਜੋ ਰੀਸੈਂਟ ਜੋ 80 ਕਿਲੋਮੀਟਰ ਦੀ ਰੋਡ ਬਣੀ ਹੈ ਇਹ ਇਸ ਜਗ੍ਹਾ ਤੇ ਇਹ ਰੋਡ ਬਣੀ ਹੈ। ਐਂਡ ਇਹਦਾ ਮੇਨ ਬੈਨੀਫਿਟ ਕੀ ਹੋਏਗਾ ਕਿ ਜੋ 43 ਕਿਲੋਮੀਟਰ ਜੋ ਪੈਦਲ ਚੱਲਣਾ ਪੈਂਦਾ ਸੀ ਉਹ ਹੁਣ ਉਹ 43 ਤੋਂ 5 ਕਿਲੋਮੀਟਰ ਤੋਂ ਵੀ ਉਹ ਘੱਟ ਰਹਿ ਗਿਆ। ਤੇ ਜੋ ਜਿਸ ਯਾਤਰਾ ਨੂੰ ਪਹਿਲਾਂ ਸਿਰਫ ਜਾਣ ਤੇ 1 ਵੀਕ ਲੱਗਦਾ ਸੀ ਉਹ ਸਿਰਫ ਹੁਣ 2 ਜਾਂ 3 ਦਿਨਾਂ ਦੀ ਯਾਤਰਾ ਉਹ ਹੋ ਸਕਦੀ ਹੈ। ਸੋ ਇਹ ਹੈ ਸਾਰਾ ਮਾਨ ਸਰੋਵਰ ਬਾਰੇ। ਇੱਕ ਚੀਜ਼ ਹੋਰ ਯਾਦ ਰੱਖਣੀ ਹੈ, ਮਾਨ ਸਰੋਵਰ ਦੀ ਜੋ ਯਾਤਰਾ ਹੈ 84% ਇਹ ਇੰਡੀਆ 'ਚ ਆਉਂਦੀ ਹੈ। ਅਗਰ ਆਪਾਂ ਉੱਤਰਾਖੰਡ ਦੇ ਰਸਤੇ ਦੀ ਗੱਲ ਕਰੀਏ ਤੇ 16% ਆਉਂਦੀ ਹੈ ਤਿੱਬਤ ਦੇ ਵਿੱਚ। ਦੈਨ ਹੁਣ ਅਗਰ ਆਪਾਂ ਗੱਲ ਕੀਤੀ ਕਿ ਆਪਾਂ ਗੱਲ ਕਰ ਰਹੇ ਹਾਂ ਲਿਪੂ ਲੇਕ ਪਾਸ ਦੀ। ਸੋ ਅਗਰ ਆਪਾਂ ਇੱਕ ਪਾਸ ਇੰਪੋਰਟੈਂਟ ਰਿਹਾ ਤਾਂ ਦੇਖੋ ਹੁਣ ਇੱਥੋਂ ਤੁਹਾਨੂੰ ਪਤਾ ਲੱਗੇਗਾ ਇਸ ਲੈਕਚਰ ਦੀ ਕੀ ਇੰਪੋਰਟੈਂਸ ਹੈ। ਹੁਣ ਆਪਾਂ ਗੱਲ ਕਰਾਂਗੇ ਕਿ ਅਗਰ ਇੱਕ ਪਾਸ ਦੀ ਆਪਾਂ ਗੱਲ ਕਰ ਰਹੇ ਹਾਂ, ਅਗਰ ਇੱਕ ਪਾਸ ਬਾਰੇ ਅਗਰ ਨਿਊਜ਼ਪੇਪਰ ਦੇ ਵਿੱਚ ਹੈ ਤਾਂ ਬਹੁਤ ਸਾਰੇ ਇੰਪੋਰਟੈਂਟ ਪਾਸਿਸ ਹੋਣਗੇ ਇੰਡੀਆ ਦੇ ਵਿੱਚ। ਉਹ ਕਿਸੇ ਹੋਰ ਪਾਸ ਬਾਰੇ ਵੀ ਪੁੱਛ ਸਕਦੀ ਹੈ, ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਪਾਸ ਹੁੰਦਾ ਕੀ ਹੈ। ਸੋ ਵਟ ਇਜ਼ ਪਾਸ? ਪਾਸ ਦੋਸਤੋ ਕੀ ਹੁੰਦਾ ਹੈ? ਇਟ ਇਜ਼ ਦੀ ਪਾਥ ਫॉर ਕ੍ਰੋਸਿੰਗ ਏ ਮਾਊਂਟੇਨ। ਕਿਸੇ ਵੀ ਮਾਊਂਟੇਨ ਨੂੰ ਕ੍ਰੋਸ ਕਰਨ ਲਈ ਪਹਾੜ ਜੋ ਰਸਤਾ ਦਿੰਦਾ ਹੈ ਉਸ ਰਸਤੇ ਨੂੰ ਪਾਸ ਕਿਹਾ ਜਾਂਦਾ ਹੈ। ਤੁਸੀਂ ਰੋਹਤਾਂਗ ਪਾਸ ਜ਼ਰੂਰ ਸੁਣਿਆ ਹੋਏਗਾ, ਜੋ ਲੋਕ ਮਨਾਲੀ ਘੁੰਮਣ ਜਾਂਦੇ ਆ ਉਹ ਰੋਹਤਾਂਗ ਪਾਸ ਤੇ ਜਾਂਦੇ ਆ। ਪਾਸ ਨੂੰ ਹੋਰ ਕੀ ਕਿਹਾ ਜਾਂਦਾ ਹੈ? ਸੈਡਲ ਪੁਆਇੰਟ ਬਿਟਵੀਨ ਟੂ ਹਾਇਰ ਏਰੀਆਜ਼। ਅਗਰ ਇਸ ਤਰ੍ਹਾਂ ਦਾ ਇੱਕ ਪਹਾੜ ਹੈ ਤੇ ਇਸ ਤਰ੍ਹਾਂ ਅਗਰ ਉਹ ਦੂਸਰਾ ਪਹਾੜ ਹੈ ਉਸੇ ਰੇਂਜ ਦਾ, ਵਿਚਾਲੇ ਜੋ ਵੀ ਰਸਤਾ ਬਣਦਾ ਹੈ, ਜੋ ਥੋੜਾ ਸੈਡਲ ਰਸਤਾ ਬਣਦਾ ਹੈ, ਉਸ ਰਸਤੇ ਨੂੰ ਕਿਹਾ ਜਾਂਦਾ ਹੈ ਮਾਊਂਟੇਨ ਪਾਸ। ਸੋ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਮਾਊਂਟੇਨ ਪਾਸਿਸ ਹੈ, ਲੇਕਿਨ ਐਗਜ਼ਾਮ ਪੁਆਇੰਟਸ ਦੇ ਵਿੱਚ ਜੋ ਇੰਪੋਰਟੈਂਟ ਹੈ ਉਹ ਆਪਾਂ ਇੱਥੇ ਡਿਸਕਸ ਕਰਦੇ ਹਾਂ। ਜੰਮੂ ਐਂਡ ਕਸ਼ਮੀਰ ਦੇ ਬਨੀਹਾਲ ਪਾਸ, ਜੋਜੀਲਾ ਪਾਸ। ਅਰੁਣਾਚਲ ਪ੍ਰਦੇਸ਼ ਬੋਮਡੀਲਾ, ਦੀਫੂ ਪਾਸ। ਐਂਡ ਚੈਂਗਲਾ, ਖਾਰਡੂਂਗਲਾ, ਕਰਾਕੋਲਮ, ਵੈਰੀ ਇੰਪੋਰਟੈਂਟ ਇਹ ਹੈਗੀ ਹੈ ਲੱਦਾਖ ਦੇ ਵਿੱਚ। ਹਿਮਾਚਲ ਪ੍ਰਦੇਸ਼ ਦੇ ਜੋ ਪਾਸ ਇੰਪੋਰਟੈਂਟ ਹੈ ਉਹ ਹੈ ਦੇਵਸਾ, ਕੁੰਜ਼ੂਮ, ਰੋਹਤਾਂਗ ਐਂਡ ਸ਼ਿਪਕੀਲਾ। ਇਹ ਲਾ ਜੋ ਹੈ ਨਾ, ਲਾ ਇਹ ਵਰਡ ਯੂਜ਼ ਕੀਤਾ ਜਾਂਦਾ ਪਾਸ ਲਈ। ਦੈਨ ਸਿੱਕਿਮ ਡੋਂਗਖਾਲਾ, ਗੋਇਚਾ ਐਂਡ ਨਾਥੂਲਾ। ਦੈਨ ਉੱਤਰਾਖੰਡ ਦੇ ਵਿੱਚ ਧੂਮਧਾਰ ਕੰਡੀ ਐਂਡ ਲਿਪੂ ਲੇਕ, ਜਿਹਦੇ ਬਾਰੇ ਆਪਾਂ ਡਿਸਕਸ ਕਰ ਰਹੇ ਹਾਂ। ਐਂਡ ਸਾਊਥ ਇੰਡੀਆ ਦੇ ਵਿੱਚ ਇੱਕੋ ਹੀ ਇੰਪੋਰਟੈਂਟ ਹੈ ਪਲੱਕੜ ਗੈਪ। ਗੈਪ ਕਿਹਾ ਜਾਂਦਾ ਨਾ, ਮੇਨਲੀ ਪਾਸ ਹੁੰਦਾ ਹੀ ਗੈਪ ਹੈ, ਦੋ ਮਾਊਂਟੇਨਸ ਦੇ ਵਿੱਚ ਦਾ ਸੈਡਲ ਗੈਪ, ਜਿਹੜਾ ਕਿ ਜਿਹਨੂੰ ਕਿ ਐਜ਼ ਏ ਪਾਥ ਯੂਜ਼ ਕੀਤਾ ਜਾ ਸਕਦਾ ਹੈ ਉਹਦੇ ਪਹਾੜ ਦੇ ਦੂਸਰੀ ਤਰਫ ਜਾਣ ਲਈ। ਸੋ ਦਿਸ ਇਜ਼ ਪਾਸਿਸ। ਸੋ ਇਹਨੂੰ ਨੋਟ ਕਰ ਲੈਣਾ, ਇੰਪੋਰਟੈਂਟ ਪਾਸਿਸ ਸਕਰੀਨਸ਼ਾਟ ਲੈ ਲਓ। ਅਗਰ ਇੰਨੀ ਜਲਦੀ ਨੋਟ ਨਹੀਂ ਕੀਤਾ ਜਾ ਰਿਹਾ ਤਾਂ ਸਕਰੀਨਸ਼ਾਟ ਲਓ ਐਂਡ ਦੈਨ ਆਪਾਂ ਨੈਕਸਟ ਪੁਆਇੰਟ ਤੇ ਚੱਲਦੇ ਹਾਂ। ਨੈਕਸਟ ਟੌਪਿਕ ਇਜ਼ ਬਲੈਕ ਪੈਂਥਰ। ਬਲੈਕ ਪੈਂਥਰ ਕਿਉਂ ਇੰਪੋਰਟੈਂਟ ਰਿਹਾ? ਨਿਊਜ਼ ਰਹੀ, ਇਲੂਸਿਵ ਬਲੈਕ ਪੈਂਥਰ ਸਪੋਟਿਡ ਇਨ ਗੋਆ ਸੈਂਚਰੀ। ਗੋਆ ਦੀ ਇੱਕ ਸੈਂਚਰੀ ਦੇ ਵਿੱਚ ਬਲੈਕ ਪੈਂਥਰ ਨੂੰ ਸਪੋਟ ਕੀਤਾ ਗਿਆ। ਬਲੈਕ ਪੈਂਥਰ ਕੀ ਹੈ? ਬਲੈਕ ਚੀਤਾ। ਆ ਤੁਹਾਡੇ ਸਾਹਮਣੇ ਦਿਖਾਇਆ ਗਿਆ, ਇਹ ਜੰਗਲ ਬੁੱਕ ਦੀ ਪਿਕ ਲਿੱਤੀ ਗਈ ਹੈ। ਸੋ ਆ ਇੱਕ ਐਕਚੁਅਲ ਪਿਕ ਹੈ ਨੇਤਰਾਵਲੀ ਵਾਈਲਡ ਲਾਈਫ ਸੈਂਚੁਰੀ। ਨੇਤਰਾਵਲੀ ਕਿਹੜੀ ਜਗ੍ਹਾ ਹੈ? ਇਹ ਹੈ ਗੋਆ ਦੇ ਵਿੱਚ। ਐਂਡ ਦਿਸ ਇਜ਼ ਅ ਪਾਰਟ ਆਫ ਵੈਸਟਰਨ ਘਾਟਸ। ਵੈਸਟਰਨ ਘਾਟਸ ਬਾਰੇ ਅਗਰ ਤੁਹਾਨੂੰ ਨਹੀਂ ਪਤਾ ਤਾਂ ਆਪਾਂ ਵਰਲਡ ਹੈਰੀਟੇਜ ਸਾਈਟ ਦੇ ਵਿੱਚ ਵੈਸਟਰਨ ਘਾਟ ਨੂੰ ਬੜੀ ਹੀ ਡਿਟੇਲ 'ਚ ਆਪਾਂ ਡਿਸਕਸ ਕੀਤਾ ਸੀ। ਵੈਸਟਰਨ ਘਾਟਸ ਉਹਦੀ ਇੱਕ ਸੈਂਚੁਰੀ ਹੈ ਉਹਦੀ ਇੱਕ ਸੈਂਚੁਰੀ ਹੈ ਨੇਤਰਾਵਲੀ ਸੈਂਚੁਰੀ, ਜਿਹੜੀ ਜਗ੍ਹਾ ਤੇ ਕੀ ਸਪੋਰਟ ਕੀਤਾ ਗਿਆ? ਬਲੈਕ ਪੈਂਥਰ। ਸੋ ਇਸ ਨਿਊਜ਼ 'ਚੋਂ ਹੁਣ ਆਪਾਂ ਸਟੈਟਿਕ ਕੀ ਕੱਢਾਂਗੇ? ਹੋ ਸਕਦਾ ਹੈ ਕਰੰਟ ਅਫੇਅਰ ਦੇ ਵਿੱਚ ਇਹ ਉਨੀ ਇੰਪੋਰਟੈਂਟ ਸਿਰਫ ਇਹ ਹੋਵੇ ਕਿ ਜੋ ਹੈ ਨੇਤਰਾਵਲੀ ਵਾਈਲਡ ਲਾਈਫ ਸੈਂਚੁਰੀ ਇਜ਼ ਸਿਚੁਏਟਿਡ ਇਨ ਵਿਚ ਪਲੇਸ, ਦੈਨ ਆਪਾਂ ਆਂਸਰ ਵਿਲ ਬੀ ਗੋਆ। ਬਟ ਤੁਸੀਂ ਇਹਦਾ ਸਟੈਟਿਕ ਜੀ ਕੇ ਦੇਖੋ,
ब्लैक पैंथर रिजर्व्स इन इंडिया, अगर नेत्रावली है तो इट मीनस कि ब्लैक पैंथर होर जगह पर भी होएगा, है ना। दैन ਆਪਾਂ ਉਹ ਕਰਦੇ ਹਾਂ, ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ, ਇਹ ਆਪਣੇ ਆਉਣ ਵਾਲੇ ਟੌਪਿਕ ਹੈ ਸਟੈਟਿਕ ਜੀਕੇ ਦੇ, ਨੈਸ਼ਨਲ ਪਾਰਕਸ ਆਫ ਇੰਡੀਆ, ਬਰਡ ਸੈਂਚੁਰੀ ਆਫ ਇੰਡੀਆ, ਵਾਈਲਡ ਲਾਈਫ ਸੈਂਚੁਰੀਜ਼ ਆਫ ਇੰਡੀਆ, ਦੈਨ ਬਾਇਓਸਫੀਅਰ ਰਿਜ਼ਰਵ, ਟਾਈਗਰ ਰਿਜ਼ਰਵ, ਇਹ ਸਾਰੇ ਡਿਟੇਲਸ ਤਾਂ ਆਪਾਂ ਕਰਾਂਗੇ ਹੀ, ਲੇਕਿਨ ਜਿਵੇਂ ਜਿਵੇਂ ਜੋ ਚੀਜ਼ ਨਿਊਜ਼ 'ਚ ਬਣਦੀ ਹੈ ਉਸ ਤੋਂ ਰਿਲੇਟ ਹੋ ਕੇ ਜਰਨਲ ਅਵੇਅਰਨੈਸ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਕਿਸੇ ਵੀ ਪਰਟੀਕੂਲਰ ਵਨ ਡੇ ਐਗਜ਼ਾਮ ਦੇ ਵਿੱਚ। ਸੋ ਇੱਥੇ ਆਪਾਂ ਡਿਸਕਸ ਕਰ ਰਹੇ ਹਾਂ ਕਿ ਉਹ ਕਿਹੜੇ ਕਿਹੜੇ ਨੈਸ਼ਨਲ ਪਾਰਕ ਜਾਂ ਕਿਹੜੇ ਕਿਹੜੇ ਟਾਈਗਰ ਰਿਜ਼ਰਵ ਹੈ ਜਿੱਥੇ ਬਲੈਕ ਪੈਂਥਰ ਦਾ ਵੀ ਰਿਜ਼ਰਵ ਹੈ। ਸੋ ਉਹ ਕਿਹੜੇ ਕਿਹੜੇ ਹੈ? ਪੇਰੀਆਰ ਟਾਈਗਰ ਰਿਜ਼ਰਵ ਕੇਰਲਾ ਦੇ ਵਿੱਚ, ਪਾਦਰਾ ਟਾਈਗਰ ਰਿਜ਼ਰਵ, ਦਾਂਦੇਲੀ ਅੰਸ਼ੀ ਐਂਡ ਕਾਬਿਨੀ, ਇਹ ਹੈ ਕਰਨਾਟਕਾ ਦੇ ਵਿੱਚ, ਅਚਨਕਮਰ ਟਾਈਗਰ ਰਿਜ਼ਰਵ ਛੱਤੀਸਗੜ੍ਹ, ਮਹਾਦੇਈ ਗੋਆ ਐਂਡ ਮੁਦੂਮਲਾਈ ਟਾਈਗਰ ਰਿਜ਼ਰਵ ਤਮਿਲਨਾਡੂ। ਸੋ ਇਹਨੂੰ ਮੈਂ ਕਲੀਅਰ ਕਰਾਂ, ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। ਥੀਜ਼ ਆਰ ਦੀ ਬਲੈਕ ਪੈਂਥਰ ਰਿਜ਼ਰਵਸ ਇਨ ਇੰਡੀਆ। ਨੈਕਸਟ ਥਰਡ ਪੁਆਇੰਟ ਆਪਣਾ ਮਿਸ਼ਨ ਸਾਗਰ। ਲਾਸਟ ਟਾਈਮ ਆਪਾਂ ਦੋ ਮਿਸ਼ਨ ਕੀਤੇ ਸੀ, ਮਿਸ਼ਨ ਸਮੁੰਦਰ ਸੇਤੂ ਐਂਡ ਮਿਸ਼ਨ ਵੰਦੇ ਭਾਰਤ। ਇਸ ਵੀਕ ਆਪਾਂ ਮਿਸ਼ਨ ਡਿਸਕਸ ਕਰ ਰਹੇ ਹਾਂ ਗੌਰਮੈਂਟ ਆਫ ਇੰਡੀਆ ਦਾ ਸਾਗਰ। ਇਹ ਸਾਗਰ ਮਿਸ਼ਨ ਕੀ ਹੈ? ਨਿਊਜ਼ ਕੀ ਰਹੀ? ਸਪੋਰਟਿੰਗ IOR ਨੇਸ਼ਨਸ ਇਨ ਟਾਈਮਸ ਆਫ ਕੋਵਿਡ। IOR ਮੀਨਸ ਇੰਡੀਅਨ ਓਸ਼ੀਅਨ ਰੀਜਨ। ਇੰਡੀਅਨ ਓਸ਼ੀਅਨ ਦੇ ਜੋ ਮੇਨ ਜੋ ਆਪਣੇ ਫਰੈਂਡਲੀ ਕੰਟਰੀਜ਼ ਹੈ ਉਹਨਾਂ ਦੀ ਇੰਡੀਆ ਜੋ ਹੈ ਉਹ ਸਪੋਰਟ ਕਰ ਰਿਹਾ ਹੈ। ਕੀ ਹੈ ਮਿਸ਼ਨ ਬਾਰੇ? ਐਨ ਆਊਟਰੀਚ ਪ੍ਰੋਗਰਾਮ ਐਮਿਡਸ COVID-19 ਪੈਂਡੇਮਿਕ। COVID-19 ਪੈਂਡੇਮਿਕ ਦੇ ਦੌਰਾਨ ਬਹੁਤ ਸਾਰੀਆਂ ਫੂਡ ਆਈਟਮਸ, ਆਯੁਰਵੈਦਿਕ ਮੈਡੀਸਿਨਸ ਇਹਨਾਂ ਨੂੰ ਪਹੁੰਚਾਇਆ ਜਾ ਰਿਹਾ ਹੈ ਇੰਡੀਅਨ ਓਸ਼ੀਅਨ ਕੰਟਰੀਜ਼। ਆ ਤੁਹਾਡੇ ਸਾਹਮਣੇ ਦਿਖਾਇਆ ਗਿਆ ਇੰਡੀਅਨ ਓਸ਼ੀਅਨ ਕੰਟਰੀਜ਼, ਜੋ ਇਸ ਤਰ੍ਹਾਂ ਸਾਊਥ ਕੰਟਰੀਜ਼ ਜਾਂ ਸਾਊਥ ਈਸਟ ਏਸ਼ੀਆ ਕੰਟਰੀਜ਼ ਕਿਹਾ ਜਾਂਦਾ ਹੈ। ਉਹਨਾਂ ਕੰਟਰੀਜ਼ ਨੂੰ ਮੇਨਲੀ ਕਿਹੜੀਆਂ ਕਿਹੜੀਆਂ ਕੰਟਰੀਜ਼ ਆ ਉਹ? ਮਾਲਦੀਵਸ, ਮੈਡਾਗਾਸਕਰ, ਸ਼ੇਚਲਸ ਐਂਡ ਕੋਮੋਰੋਜ਼। ਇਹ ਮੇਨਲੀ 4 ਕੰਟਰੀਜ਼ ਦੀ ਇੱਕ ਵਾਰੀ ਇੰਡੀਆ ਜੋ ਹੈ ਉਹ ਹੈਲਪ ਕਰ ਰਿਹਾ ਹੈ। ਐਂਡ किस शिप के द्वारा? शिप जाएगा केसरी, INS केसरी। आ थोड़े सामने दिखाया गया INS केसरी। एंड व्हाट इज सागर? सागर वेरी वेरी इंपॉर्टेंट। सागर दी फुल फॉर्म सागर है सिक्योरिटी एंड ग्रोथ फॉर ऑल इन दी रीजन। सिक्योरिटी एंड ग्रोथ फॉर ऑल इन दी रीजन, दैट इज सागर। मेनली ਕਿਹੜੀਆਂ ਕਿਹੜੀਆਂ ਕੰਟਰੀਜ਼ ਵਾਸਤੇ ਹੈ? 4 ਕੰਟਰੀਜ਼ ਵਾਸਤੇ ਹੈ। ਉਹਨਾਂ ਚਾਰਾਂ ਦੀ ਡਿਟੇਲ ਤੁਹਾਨੂੰ ਨੈਕਸਟ ਸਲਾਈਡ ਆਪਾਂ ਚੱਲਦੇ ਹਾਂ। ਦੇਖੋ ਤੁਸੀਂ ਲਾਸਟ ਟਾਈਮ ਕਿਹਾ ਕਿ ਸਰ ਜੋ ਵੀ ਡਿਟੇਲ ਤੁਸੀਂ ਬੋਲ ਕੇ ਦੱਸਦੇ ਹੋ ਪਲੀਜ਼ ਜ਼ਿਆਦਾ ਤੋਂ ਜ਼ਿਆਦਾ PPT ਦੇ ਵਿੱਚ ਹੀ ਦਿਖਾ ਦਿਓ ਤਾਂ ਕਿ ਸਾਨੂੰ ਈਜ਼ੀ ਹੋ ਜੇ। ਸੋ ਦੋਸਤੋ ਯੂਅਰ ਵਿਸ਼ ਇਜ਼ ਮਾਈ ਕਮਾਂਡ। ਸੋ ਜਿਵੇਂ ਕਿ ਤੁਸੀਂ ਕਿਹਾ ਮੈਂ ਤੁਹਾਨੂੰ ਇਹਦੀ ਡਿਟੇਲ ਜੋ ਹੈ ਉਹ ਸਲਾਈਡ 'ਚ ਦੇ ਰਿਹਾ। ਮਾਲਦੀਵ ਕੈਪੀਟਲ ਮਾਲੇ, ਕਰੰਸੀ ਰੁਪਈਆ। ਸ਼ੇਚਲਸ ਵਿਕਟੋਰੀਆ ਰੂਪੀ। ਕੋਮੋਰੋਜ਼ कैपिटल मोरोनी, करेंसी फ्रैंक। मेडागास्कर कैपिटल आंटानानिवो एंड करेंसी अयारी। सो ਜ਼ਰੂਰੀ ਨਹੀਂ ਹੈ ਕਿ ਬੈਂਕ ਐਗਜ਼ਾਮ ਦੇ ਵਿੱਚ ਹੀ ਕੈਪੀਟਲ ਜਾਂ ਕਰੰਸੀ ਪੁੱਛੇ ਜਾਂਦੇ ਹੈ। ਅੱਜ ਕੱਲ੍ਹ ਹਰ ਐਗਜ਼ਾਮ ਦੇ ਵਿੱਚ ਕੈਪੀਟਲ ਕਰੰਸੀ ਪੁੱਛੀ ਜਾਂਦੀ ਹੈ। ਬਟ ਤੁਸੀਂ ਧਿਆਨ ਦਿੱਤਾ ਹੋਏਗਾ ਅਗਰ ਤੁਸੀਂ ਪ੍ਰੀਵੀਅਸ ਈਅਰ ਕੁਐਸਚਨ ਦੇਖੋ ਤਾਂ ਉਹੀ ਹੁੰਦਾ ਜੋ ਕੰਟਰੀ ਪਿਛਲੇ 6 ਮੰਥ ਦੇ ਵਿੱਚ ਕਿਸੇ ਨਾ ਕਿਸੇ ਵਜ੍ਹਾ ਨਾਲ ਫੋਕਸ ਚੱਲ ਰਹੇ ਹੁੰਦੇ ਹੈ ਉਸ ਕੰਟਰੀ ਦਾ ਕੈਪੀਟਲ ਕਰੰਸੀ। ਐਂਡ ਈਵਨ ਅਗਰ ਕੋਈ ਗੈਸਟ ਇੰਡੀਆ 'ਚ ਆਇਆ ਉਸ ਕੰਟਰੀ ਤੋਂ ਤਾਂ ਉਸ ਕੰਟਰੀ ਦੇ ਗੈਸਟ ਦਾ ਨਾਮ ਜਾਂ ਪ੍ਰੈਜ਼ੀਡੈਂਟ ਜਾਂ PM ਦਾ ਨਾਮ ਵੀ ਪੁੱਛ ਲਿਆ ਜਾਂਦਾ ਹੈ। ਚਲੋ ਆਪਾਂ ਨੈਕਸਟ 'ਤੇ ਚੱਲਦੇ ਹਾਂ। ਨੈਕਸਟ ਇਜ਼ ਇੰਟਰਨੈਸ਼ਨਲ ਨਰਸਿਸ ਡੇ। ਤੁਸੀਂ ਕਹੋਗੇ ਸਰ ਡੇਜ਼ ਤਾਂ ਬਹੁਤ ਆਉਂਦੇ ਆ ਹਰ ਵੀਕ ਦੇ ਵਿੱਚ, ਅਸੀਂ ਕਰੰਟ ਅਫੇਅਰ 'ਚ ਪੜ੍ਹਦੇ ਹਾਂ ਡੇਲੀ ਕੋਈ ਨਾ ਕੋਈ ਡੇ ਹੁੰਦਾ ਹੈ, ਤਾਂ ਸਪੈਸ਼ਲ ਤੁਸੀਂ ਆਹੀ ਡੇ ਕਿਉਂ ਲਿੱਤਾ? ਸੋ ਵੀਕ ਦੇ ਵਿੱਚ ਕੁਝ ਡੇ ਇਸ ਤਰ੍ਹਾਂ ਦੇ ਆ ਜਾਂਦੇ ਆ ਜਿਹਦੀ ਸਟੈਟਿਕ ਜੀਕੇ ਆਪਾਂ ਨੂੰ ਪਤਾ ਹੋਣੀ ਚਾਹੀਦੀ ਹੈ। ਸਟੈਟਿਕ ਜੀਕੇ ਮੀਨਸ ਕਿਉਂ। ਮੈਂ ਤੁਹਾਨੂੰ ਸਟਾਰਟਿੰਗ ਦੱਸਿਆ ਸੀ ਕਿ ਆਪਾਂ ਇਹ ਸਾਰੀ ਸੀਰੀਜ਼ ਨੂੰ ਕਿਵੇਂ ਲੈ ਕੇ ਆਵਾਂਗੇ। ਆਪਾਂ ਇੱਕ ਕੁਐਸਚਨ ਪੁੱਛਾਂਗੇ ਵਾਈ, ਕਿਉਂ ਮਨਾਇਆ ਜਾਂਦਾ ਹੈ ਅਤੇ ਜਿਸ ਕਰਕੇ ਮਨਾਇਆ ਜਾਂਦਾ ਹੈ ਆਪਾਂ ਉਸ ਦੀ ਇੱਕ ਇੱਕ ਡਿਟੇਲ ਕਰਾਂਗੇ। ਸੋ ਨਿਊਜ਼ ਕੀ ਰਹੀ? ਇੰਟਰਨੈਸ਼ਨਲ ਨਰਸਿਸ ਡੇ ਸੈਲੀਬ੍ਰੇਟਿਡ ਬਾਈ ICN। ਵਟ ਇਜ਼ ICN? ਇੰਟਰਨੈਸ਼ਨਲ ਕਾਊਂਸਿਲ ਆਫ ਨਰਸਿਸ, ਜੋ ਕਿ WHO ਦੇ ਅੰਡਰ ਕੰਮ ਕਰਦਾ ਹੈ। WHO ਸੁਣਿਆ ਹੋਏਗਾ ਅਸੀਂ, ਵਰਲਡ ਹੈਲਥ ਆਰਗੇਨਾਈਜੇਸ਼ਨ। ਕਦੋਂ ਬਣਿਆ? 7 ਅਪ੍ਰੈਲ 1948। 7 ਅਪ੍ਰੈਲ 1948 ਨੂੰ ਇਹ WHO ਦੀ ਜੋ ਹੈ ਹੋਈ, ਤਾਂ ਹੀ 7 ਅਪ੍ਰੈਲ ਨੂੰ ਵਰਲਡ ਹੈਲਥ ਡੇ ਮਨਾਇਆ ਜਾਂਦਾ ਹੈ। ਐਂਡ ਦਾ ਹੈਡਕੁਆਟਰ ਜਨੇਵਾ, ਸਵਿਟਜ਼ਰਲੈਂਡ।
एंड हु इज़ द करंट डायरैक्टर जनरल? डायरैक्टर जनरल इज़ टैड्रोस अधानोम। सो ये WHO बारे आप गल की। बट अगर आप गल करिए नर्सिस डे की, हर साल मनाया जाता है 12 मई को। एंड इस बारी की थीम की रही, ध्यान रखना है दोस्तों, PPSC का होर टॉपिक रहता है थीम पूछना। एंड स्पैशली जो है वो PCS प्रीलिम वगैरह प्रीवियस ईयर क्वेश्चन चक के देखो, हर वारी की जो लेटेस्ट पिछले 3-4 महीने के जो डे रहे हैं उनकी थीम पूछी गई है। सो थीम की रही? नर्सिंग दी वर्ड टू हैल्थ। स्पैशली जो ईयर ऑफ 2020 है ना, इनू WHO ने पहला ही डिक्लेयर कर चुके हैं कि ये रहेगा इंटरनेशनल ईयर ऑफ नर्सिस एंड मिडवाइफ्स। सो इंटरनेशनल ईयर ऑफ नर्सिस एंड मिडवाइफ इनू लिता गया। क्यों लिता गया वो क्यों वाला आप डिस्कस करते हैं। बट उस तो पहला आप क्या कि इंटरनेशनल डे ऑफ नर्सिस होंगे 12 मई, तो तुसी मैनू कमेंट बॉक्स में दसना है कि इंटरनेशनल डे ऑफ मिडवाइफ्स कदों होंदा है। ये तुसी जरूर मैनू दसना है, या मैं ही तुहानू दसदा, ये होंदा 5 मई नू। सो याद रखना है 5 मई नू इंटरनेशनल डे ऑफ मिडवाइफ्स एंड 12 मई नू इंटरनेशनल डे ऑफ नर्सिस। इस वारी का जो पूरा ईयर ही नर्सिस नू डेडिकेट किया गया। इनका रीजन है इंटरनेशनल नर्सिस डे मनाया जाता है एक लेडी फ्लोरेंस नाइटिंगेल के बर्थ एनिवर्सरी ते। सो फ्लोरेंस नाइटिंगेल जिन्हों क्या जाता सी लेडी विद ए लैंप, आ दिखाया गया बहुत एक पुरानी पिक, लेडी विद ए लैंप। इस बारी इस ईयर इन्हों की 200th बर्थ एनिवर्सरी नू डेडिकेट करने लई जो है इंटरनेशनल ईयर ऑफ नर्सिस ते मिडवाइफ दिता गया। सो एक चीज़ आएगी कि कौन सी ये लेडी फ्रेंड्स कौन सी? 1850 ਦੇ ਵਿੱਚ ਜਦੋਂ यूरोप ਦੇ ਵਿੱਚ क्रीमिया वॉर होया, क्रीमिया वॉर, उस वॉर ਦੇ ਵਿੱਚ यूरोप ਦੇ जो सैनिक सी उन्हां दी बहुत ही मतलब जो देखभाल की इन्होंने कली लेडी ने। सो इनू ਤਾਂ जानिया जाता है कि कोई भी अगर सैनिक कोई रात ਨੂੰ जरूरत ਪੈਂਦੀ ਜਾਂ किसी भी टाइम जरूरत ਪੈਂਦੀ ਤਾਂ ਇਹ विद ए लैंप एक लालटेन के नाल ये जाके उस जगह पर पहुँच के तो उन्होंने बहुत जो है वो हैल्प करते सी। तां करके फ्लोरेंस नाइटिंगेल के नाम से ही इंटरनेशनल जो है नर्सिस डे मनाया जाता है। एक चीज़ होर बड़ी इंपोर्टेंट रही कि ये यूरोप की वो पहली लेडी सी जिन्हें डाटा नू यूज़ करके ये दसिया कि अगर आप इन्फैक्शन नू फैलन तो पहला ही रोक लीए तो काफ़ी सारिया बीमारियां तो बचिया जा सकता है। सो इन्हों के नाम से मनाया जाता है इंटरनेशनल नर्सिस डे। एक चीज़ होर की इंपोर्टेंट रही कि वर्ल्ड हैल्थ डे ते WHO ने एक रिपोर्ट जारी की सी, उसी स्टेट ऑफ वर्ल्ड नर्सिंग। उनके किया गया कि ईयर 2030 तक पूरे वर्ल्ड में 5.7 मिलियन मीनस 57 लाख हो गई ये कि उन्नी नर्सिस की जरूरत पएगी कि ताकि जो कि ये पहला ही दसिया गया कि ये कमी चल रही है कि आपको होर नर्सिस की वर्ल्ड में लोड़ जो है वो पएगी। ओके दोस्तों, एक एक डिटेल इहदे मैं करवाती, तुसीं इहदा स्क्रीनशॉट ले सकते हो। नैक्सट आप गल करिए ऑपरेशन शक्ति। ऑपरेशन शक्ति जिन्हों की लिखा गया NTD। वट इज़ दिस NTD? दिस इज़ नैशनल टैक्नोलॉजी डे। न्यूज़ भी यही रही, हैडलाइन आई नैशनल टैक्नोलॉजी डे। कदों मनाया जाता है? थोड़े सामने पिक है मई 11। हर साल मई 11 को नैशनल टैक्नोलॉजी डे मनाया जाता है। कदों तो? सिंस 1999 तो आप मनाते आ रहे हैं। इनका इस बारी का थीम की रहा? थीम रहा फोकसिंग ऑन रीबूटिंग द इकोनॉमी थ्रू साइंस एंड टैक्नोलॉजी। सो क्यों हुण अपना आप मेन गल करांगे क्यों मनाया जाता है नैशनल टैक्नोलॉजी डे। नैशनल टैक्नोलॉजी डे इसलिए मनाया जाता है क्योंकि 11 मई का जो दिन है ये इंडिया के खास करके टैक्नोलॉजी इतिहास लिए बड़ा ही इंपोर्टेंट रहा है। क्यों रहा है? सब तो पहला 11 मई को ही जो सी वो सी पोखरण 2 अटल बिहारी वाजपेयी जी के टाइम। एंड अब्दुल कलाम जो अपने पूर्व राष्ट्रपति होए श्री अब्दुल कलाम जी की गाइडेंस के तहत इंडिया न्यूक्लीयर पावर बनया। कदों? 11 मई 1998 में मेनली, क्योंकि 11 मई 1998 का ही दिन सी जिस दिन पोखरण रेंज के विच 5 एटम बॉम्ब जिंदे चों एक न्यूक्लीयर फ्यूजन एंड 4 न्यूक्लीयर फिशन जो बॉम्ब सी उन्होंने टैसट किया गया। एंड इंडिया ऑफिशियली डिक्लेयर होया न्यूक्लीयर पावर। उस करके बहुत सारे सैंक्शनस भी लगे इंडिया ते, लेकिन
ਇੰਡੀਆ ਨੇ ਬਾਕੀ ਦੇਸ਼ਾਂ ਨੂੰ ਕਿਹਾ ਕਿ ਇਹ ਅਸੀਂ ਆਪਦੀ ਸੇਫਟੀ ਲਈ ਕਰ ਰਹੇ ਹਾਂ। ਇਸ ਤੋਂ ਪਹਿਲਾਂ ਵੀ ਨਿਊਕਲੀਅਰ ਟੈਸਟ ਹੋਇਆ ਸੀ, ਉਹ ਹੋਇਆ ਸੀ 1974 ਐਂਡ ਉਸ ਤੋਂ ਪਹਿਲਾਂ ਜੋ 11 ਮਈ 1998 ਨੂੰ ਜੋ ਨਿਊਕਲੀਅਰ ਟੈਸਟ ਹੋਏ ਉਹਨਾਂ ਨੂੰ ਕਿਹਾ ਗਿਆ ਆਪਰੇਸ਼ਨ ਸ਼ਕਤੀ। ਇਹ ਯਾਦ ਰੱਖਣਾ ਤੁਸੀਂ, ਆਪਰੇਸ਼ਨ ਸ਼ਕਤੀ, ਮਿਸ਼ਨ ਸ਼ਕਤੀ ਨਹੀਂ ਹੈ। ਮਿਸ਼ਨ ਸ਼ਕਤੀ ਜੋ ਸੀ ਉਹ 2019 ਦੇ ਵਿੱਚ ਐਂਟੀ ਸੈਟੇਲਾਈਟ ਮਿਸ਼ਨ ਨੂੰ ਦਾ ਨਾਮ ਦਿੱਤਾ ਗਿਆ ਸੀ, ਉਸ ਬਾਰੇ ਵੀ ਆਪਾਂ ਫੇਰ ਕਦੇ ਡਿਸਕਸ ਕਰਾਂਗੇ। ਲੇਕਿਨ ਇਹ ਸੀ ਆਪਰੇਸ਼ਨ ਸ਼ਕਤੀ, ਜਿਹਨੂੰ ਕਿ 11 ਮਈ 1998 ਨੂੰ ਕੀਤਾ ਗਿਆ, ਪੋਖਰਨ 2। ਐਂਡ ਇਹ ਮੈਂ ਇੱਕ ਪਿਕ ਦਿੱਤੀ ਹੈ, ਅਗਰ ਤੁਸੀਂ ਆਪ ਵੀਡੀਓ ਅਗਰ ਆਪ ਤੁਸੀਂ ਮੂਵੀ ਦੇਖੀ ਹੋਵੇ ਪਰਮਾਣੂ, ਇਹ ਸਾਰੀ ਮੂਵੀ ਐਸੇ ਜੋ ਹੈ ਇੰਸੀਡੈਂਟ ਤੇ ਹੀ ਬਣਾਈ ਗਈ ਹੈ ਕਿ ਕਿਸ ਕਿਸ ਤਰ੍ਹਾਂ USA ਦੀ ਸੈਟੇਲਾਈਟ ਨੂੰ ਇਹ ਕਹੋ ਕਿ ਉਸ ਤੋਂ ਓਝਲ ਹੁੰਦੇ ਹੋਏ ਆਪਾਂ ਜੋ ਹੈ ਇਹ ਟੈਸਟ ਕੀਤੇ ਸੀ। ਉਸ ਤੋਂ ਪਹਿਲਾਂ 1974 ਦੇ ਵਿੱਚ ਵੀ ਨਿਊਕਲੀਅਰ ਟੈਸਟ ਇੰਡੀਆ ਨੇ ਕੀਤੇ। ਉਸ ਆਪਰੇਸ਼ਨ ਦਾ ਨਾਮ ਸੀ ਸਮਾਈਲਿੰਗ ਬੁੱਧਾ, ਜੋ ਮੇਨਲੀ ਜੋ ਐਟਮ ਬੰਬ ਜਦੋਂ ਇੰਡੀਆ ਨੇ ਨਿਊਕਲੀਅਰ ਪਾਵਰ ਬਣਿਆ ਉਹ ਮੇਨਲੀ ਸੀ 11 ਮਈ 1998। ਸੋ ਫਰੋਮ ਦੀ ਵੈਰੀ ਨੈਕਸਟ ਡੇ 1999 ਤੋਂ ਹੀ ਆਪਾਂ 11 ਮਈ ਦਾ ਜੋ ਦਿਨ ਹੈ ਉਹਨੂੰ ਆਪਾਂ ਮਨਾਉਂਦੇ ਹਾਂ ਨੈਸ਼ਨਲ ਟੈਕਨੋਲੋਜੀ ਡੇ ਦੇ ਰੂਪ ਦੇ ਵਿੱਚ। ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ, ਇੰਡੀਆ ਦੀ 2 ਇੰਡੀਜੀਨੀਅਸ, ਇੱਕ ਤਾਂ ਤ੍ਰਿਸ਼ੂਲ ਮਿਸਾਈਲ ਜੋ ਕਿ ਇੱਥੇ ਮੈਂ ਨੋਟ ਕੀਤਾ ਹੋਇਆ, ਤ੍ਰਿਸ਼ੂਲ ਮਿਸਾਈਲ, ਐਂਡ ਸੈਕਿੰਡ ਜੋ ਇੰਡੀਆ ਦਾ ਫਰਸਟ ਇੰਡੀਜੀਨੀਅਸ ਹੈਲੀਕਾਪਟਰ ਸੀ ਹੰਸਾ 3। ਇਹ ਵੀ ਤੁਸੀਂ ਇਹ ਲਗਾ ਲਓ ਕਿ ਮਤਲਬ ਫੋਰਚੂਨੇਟਲੀ ਇਹ ਵੀ 11 ਮਈ ਨੂੰ ਹੀ ਇਨੋਗ੍ਰੇਟ ਕੀਤੇ ਗਏ ਸੀ। ਸੋ ਤਾਂ ਕਰਕੇ 11 ਮਈ ਦਾ ਦਿਨ ਬੜਾ ਇੰਪੋਰਟੈਂਟ ਹੈ ਇੰਡੀਆ ਲਈ। ਸੋ 11 ਮਈ ਨੂੰ ਕਿਹਾ ਜਾਂਦਾ ਹੈ ਨੈਸ਼ਨਲ ਟੈਕਨੋਲੋਜੀ ਡੇ। ਬਟ ਅਗਰ ਆਪਾਂ ਸਟੈਟਿਕ ਦੀ ਗੱਲ ਕਰੀਏ, ਤੁਸੀਂ ਯਾਦ ਰੱਖਣਾ ਹੈ ਆਪਰੇਸ਼ਨ ਸ਼ਕਤੀ ਬਾਰੇ, ਤੁਸੀਂ ਯਾਦ ਰੱਖਣਾ ਹੈ ਆਪਣੇ ਪੋਖਰਨ 2 ਬਾਰੇ ਐਂਡ ਸਮਾਈਲਿੰਗ ਬੁੱਧਾ ਬਾਰੇ। ਸਮਾਈਲਿੰਗ ਬੁੱਧਾ ਹੋਇਆ ਸੀ 1974 ਦੇ ਵਿੱਚ। ਨੈਕਸਟ ਆਪਣਾ ਟੌਪਿਕ ਹੈ ਦੈਟ ਇਜ਼ ਇੱਕ ਲੋਕੇਸ਼ਨ ਇੰਪੋਰਟੈਂਟ ਰਹੀ, ਪੈਂਗੋਂਗ ਸੋ ਲੇਕ। ਸੋ ਜਿਹੜੇ ਲੋਕ ਲੱਦਾਖ ਲੇਹ ਵਗੈਰਾ ਗਏ ਹੈ ਉਹਨਾਂ ਨੂੰ ਪਤਾ ਹੈ ਪੈਂਗੋਂਗ ਲੇਕ ਦੇ ਬਾਰੇ। ਸੋ ਅਗਰ ਆਪਾਂ ਗੱਲ ਕਰੀਏ ਪੈਂਗੋਂਗ ਲੇਕ, ਨਿਊਜ਼ ਕੀ ਰਹੀ, ਨੋ ਏਅਰ ਸਪੇਸ ਵਾਇਓਲੇਸ਼ਨ ਐਟ ਪੈਂਗੋਂਗ ਸੋ। ਨਾਓ ਲੋਕੇਸ਼ਨ ਇਹ ਕਿਹੜੀ ਜਗ੍ਹਾ ਹੈ, ਇਹ ਹੈ ਲੇਹ ਤੋਂ 50 ਕਿਲੋਮੀਟਰ ਦੂਰ, ਦੈਟ ਇਜ਼ ਇਨ ਦੀ ਯੂਨੀਅਨ ਟੈਰੀਟਰੀ ਆਫ ਲੱਦਾਖ। ਕਿਉਂ ਨਿਊਜ਼ 'ਚ ਰਹੀ, ਕਿਉਂਕਿ ਇਹ ਪੁਆਇੰਟ ਆਫ ਕਨਫਰਟੇਸ਼ਨ ਬਣ ਗਿਆ ਇੰਡੀਆ ਐਂਡ ਚਾਈਨਾ ਦੇ ਵਿੱਚ। ਕਿਉਂ ਰੀਜ਼ਨ ਕੀ ਰਿਹਾ, ਸਪੇਸ ਵਾਇਓਲੇਸ਼ਨ। ਚਾਈਨਾ ਨੇ ਕਿਹਾ ਵੀ ਤੁਸੀਂ ਸਪੇਸ ਵਾਇਓਲੇਸ਼ਨ ਕੀਤਾ ਹੈ, ਬਟ ਇੰਡੀਆ ਨੇ ਕਿਹਾ ਵੀ ਨਹੀਂ, ਇਸ ਤਰ੍ਹਾਂ ਦੀ ਕੋਈ ਇਸ਼ੂ ਜੋ ਹੈ, ਇਸ਼ੂ ਨੋ ਡਾਊਟ ਰਿਜ਼ੋਲਵ ਹੋ ਗਿਆ ਹੈ। ਕਿਉਂ ਰਿਹਾ ਇਹ, ਕਿਉਂਕਿ ਜੋ ਇਹ ਪੈਂਗੋਂਗ ਲੇਕ ਹੈ ਨਾ, ਆਹ ਤੁਹਾਡੇ ਸਾਹਮਣੇ ਪੈਂਗੋਂਗ ਲੇਕ ਦਿਖਾਈ ਗਈ ਹੈ, ਇਹਦਾ ਕੁਝ ਹਿੱਸਾ ਇੰਡੀਅਨ ਟੈਰੀਟਰੀ ਦੇ ਵਿੱਚ ਆਉਂਦਾ ਹੈ ਲੱਦਾਖ ਦੇ ਵਿੱਚ, ਤੇ ਕਾਫੀ ਸਾਰਾ ਹਿੱਸਾ ਤਿੱਬਤ ਦੈਟ ਇਜ਼ ਚਾਈਨਾ ਦੇ ਜੋ ਹੈ ਉਹ ਟੈਰੀਟਰੀਅਲ ਰੀਜਨ ਦੇ ਵਿੱਚ ਇਹ ਆਉਂਦਾ ਹੈ। ਸੋ ਸਭ ਤੋਂ ਪਹਿਲਾਂ ਤਾਂ ਪੈਂਗੋਂਗ ਲੇਕ ਹੈ ਕੀ। ਇੱਕ ਚੀਜ਼ ਹੋਰ ਦੱਸਾਂ, ਆ ਇੱਕ ਮੂਵੀ ਦਾ ਸੀਨ ਦਿਖਾਇਆ ਗਿਆ 3 ਇਡੀਅਟ ਦਾ। 3 ਇਡੀਅਟ ਮੂਵੀ ਦਾ ਜੋ ਲਾਸਟ ਸੀਨ ਸੀ ਜਿੱਥੇ ਜਾ ਕੇ ਅਮੀਰ ਖਾਨ ਨੂੰ ਫਾਈਂਡ ਕਰਦੇ ਆ ਉਹਦੇ ਫਰੈਂਡਸ, ਸੋ ਇਹ ਐਸੇ ਜਗ੍ਹਾ ਤੇ ਫਿਲਮਾਇਆ ਗਿਆ। ਬਹੁਤ ਸੋਹਣੀ ਲੋਕੇਸ਼ਨ ਹੈ, ਦੈਟ ਇਜ਼ ਪੈਂਗੋਂਗ ਸੋ ਲੇਕ। ਹੁਣ ਇਹ ਪੈਂਗੋਂਗ ਸੋ ਹੁੰਦਾ ਕੀ ਹੈ, ਲੱਦਾਖੀ ਲੈਂਗੁਏਜ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਪੈਂਗੋਂਗ ਹੁੰਦਾ ਹੈ ਇੱਕ ਐਕਸਟੈਂਸਿਵ ਕੋਨ ਕੈਵਿਟੀ। ਕੋਨ ਕੈਵਿਟੀ ਮੀਨਸ ਇਸ ਤਰ੍ਹਾਂ ਦੀ ਜੋ ਬਹੁਤ ਡੂੰਘੀ ਦੇ ਵਿੱਚ ਜੋ ਹੈ ਉਹ ਕੈਵਿਟੀ ਹੋਵੇ ਕਿਸੇ ਲੋਕੇਸ਼ਨ ਦੇ ਵਿੱਚ, ਤਾਂ ਉਹਨੂੰ ਕਿਹਾ ਜਾਂਦਾ ਐਕਸਟੈਂਸਿਵ ਕੋਨ ਕੈਵਿਟੀ। ਐਂਡ ਤਿੱਬਤ ਲੈਂਗੁਏਜ ਦੇ ਵਿੱਚ ਲੇਕ ਨੂੰ ਕਿਹਾ ਜਾਂਦਾ ਸੋ, TSO। ਸੋ ਜੋ ਹੈ ਤਿੱਬਤ ਲੈਂਗੁਏਜ ਦੇ ਵਿੱਚ ਝੀਲ ਨੂੰ ਕਿਹਾ ਜਾਂਦਾ ਹੈ। ਸੋ ਦਿਸ ਇਜ਼ ਅ ਬ੍ਰੈਕਿਸ਼ ਵਾਟਰ ਲੇਕ, freezes over in winter and becomes ideal for ice skating and polo. What is brackish water? Brackish water ਹੁੰਦਾ ਹੈ ਖਾਰਾ ਪਾਣੀ, ਬਟ ਜੋ ਫਰੈਸ਼ ਵਾਟਰ ਹੈ ਉਸ ਤੋਂ ਜ਼ਿਆਦਾ ਸੈਲਾਈਨ, ਲੇਕਿਨ ਸਮੁੰਦਰੀ ਪਾਣੀ ਤੋਂ ਘੱਟ ਸੈਲਾਈਨ। ਜੋ ਵਿੱਚ ਦਾ ਖਾਰਾ ਜੋ ਹੁੰਦਾ ਹੈ ਦੈਟ ਇਜ਼ ਬ੍ਰੈਕਿਸ਼ ਵਾਟਰ। ਬ੍ਰੈਕਿਸ਼ ਵਾਟਰ ਲੇਕ ਜਿਹੜੀ ਕਿ ਵਿੰਟਰਸ ਦੇ ਵਿੱਚ ਪੂਰੀ ਤਰ੍ਹਾਂ ਫਰੀਜ਼ ਹੋ ਜਾਂਦੀ ਹੈ ਐਂਡ ਇੱਕ ਲੋਕੇਸ਼ਨ ਬਣਾ ਦਿੰਦੀ ਹੈ ਡਿਫਰੈਂਟ ਜੋ ਹੈ ਆਈਸ ਸਕੇਟਿੰਗ ਐਂਡ ਪੋਲੋ ਦਾ। ਸੋ ਇਹ ਤਾਂ ਦੋਸਤੋ ਕੋਵਿਡ-19 ਕਰਕੇ ਜੋ ਹੈ ਉਹ ਸਾਰਾ ਲੋਕਡਾਊਨ ਹੋਇਆ ਹੈ, ਲੇਕਿਨ ਅਦਰਵਾਈਜ਼ ਤੁਹਾਨੂੰ ਮੈਂ ਫਸਟ ਲੈਕਚਰ 'ਚ ਦੱਸਿਆ ਸੀ ਕਿ ਜੋ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਜੋ ਹੋ ਰਿਹਾ ਹੈ ਜਾਂ ਖੇਲੋ ਇੰਡੀਆ ਯੂਥ ਗੇਮਸ ਹੋ ਰਿਹਾ ਹੈ, ਪਹਿਲੀ ਵਾਰੀ ਜੋ ਹੈ ਇੰਡੀਆ ਨੇ ਖੇਲੋ ਇੰਡੀਆ ਵਿੰਟਰ ਗੇਮਸ ਕਰਨੇ ਹੈ, ਜੋ ਕਿ ਕਿੱਥੇ ਕਰਨੇ ਆ, ਲੱਦਾਖ ਦੇ ਵਿੱਚ। ਜਿਵੇਂ ਕਿ ਦੱਸਿਆ ਗਿਆ ਕਿ ਐਸੇ ਝੀਲ ਦਾ ਜੋ ਪਾਣੀ ਹੈ ਉਹ ਫਰੀਜ਼ ਹੋ ਕੇ ਇੱਕ ਲੋਕੇਸ਼ਨ ਬਣਾ ਦਿੰਦਾ ਹੈ ਜਿੱਥੇ ਆਪਾਂ ਡਿਫਰੈਂਟ ਸਪੋਰਟਿੰਗ ਇਵੈਂਟ ਵੀ ਕਰਵਾ ਸਕਦੇ ਹਾਂ। ਸੋ ਦਿਸ ਇਜ਼ ਪੈਂਗੋਂਗ ਸੋ ਲੇਕ। ਨਾਓ ਦਿਸ ਇਜ਼ ਦੀ ਬਿਊਟੀ ਆਫ ਦੀ ਸ਼ੋ ਫਰੈਂਡਸ।
ਕਿ ਇਹ ਤਾਂ ਹੋਈ ਇੱਕ ਲੇਕ ਦੀ ਗੱਲ। ਸੋ ਸਿਰਫ ਇੱਕ ਲੇਕ ਨਹੀਂ, ਅਗਰ ਕੋਈ ਲੇਕ ਇੰਪੋਰਟੈਂਟ ਹੈ ਤਾਂ ਹੋਰ ਵੀ ਲੇਕ ਹੋਣਗੀਆਂ ਇੰਡੀਆ ਦੇ ਵਿੱਚ, ਹੈ ਨਾ, ਜਿਹੜੀਆਂ ਜਿਹੜੀਆਂ ਇੰਪੋਰਟੈਂਟ ਹੈ। ਸੋ ਇਹ ਲੇਕ ਦੀ ਮੈਂ ਤੁਹਾਨੂੰ ਕੰਪਲੀਟ ਲਿਸਟ ਜੋ ਹੈ ਉਹ ਸਟੇਟ ਵਾਈਜ਼ ਇੱਥੇ ਮੈਂ ਪ੍ਰੋਵਾਈਡ ਕਰਵਾ ਰਿਹਾ। ਕਾਫੀ ਸਾਰੀਆਂ ਆਪਾਂ ਡਿਸਕਸ ਵੀ ਕਰ ਲੈਂਦੇ ਹਾਂ, ਲੇਕਿਨ ਤੁਸੀਂ ਸਕਰੀਨਸ਼ਾਟ ਲੈ ਕੇ ਇਹਦੇ ਨੋਟਸ ਬਣਾਉਣੇ ਹੈ। ਫਸਟ ਇਜ਼ ਆਂਧਰਾ ਪ੍ਰਦੇਸ਼। ਅਲਫਾਬੈਟਿਕਲੀ ਸਾਰੇ ਸਟੇਟਸ ਮੈਂ ਲੈ ਰਿਹਾ। ਆਂਧਰਾ ਪ੍ਰਦੇਸ਼, ਪੁਲੀਕੁਟ ਲੇਕ, ਕੋਲੇਰੂ ਲੇਕ, ਬਹੁਤ ਹੀ ਇੰਪੋਰਟੈਂਟ ਹੈ। ਲਾਸਟ ਈਅਰ ਐਗਜ਼ਾਮ 'ਚ ਵੀ ਪੁੱਛਿਆ ਗਿਆ ਸੀਗਾ ਕੋਲੇਰੂ ਲੇਕ ਬਾਰੇ। ਅਸਮ, ਹੈਫਲੋਂਗ, ਦੀਪੋਰਬੀਲ ਐਂਡ ਚੈਂਡੂਬੀ। ਬਿਹਾਰ ਦੇ ਵਿੱਚ ਇੰਪੋਰਟੈਂਟ ਹੈ ਕੰਵਰ ਲੇਕ। ਗੁਜਰਾਤ, ਹਮੀਰਸਾਰ ਐਂਡ ਕੰਕੜੀਆ। ਹਰਿਆਣਾ, ਬੜਖਲ ਝੀਲ, ਬ੍ਰਹਮ ਸਰੋਵਰ ਲੇਕ। ਹਿਮਾਚਲ ਪ੍ਰਦੇਸ਼, ਚੰਦਰਤਾਲ, ਮਹਾਰਾਣਾ ਪ੍ਰਤਾਪ। ਜੰਮੂ ਕਸ਼ਮੀਰ, ਡਲ ਲੇਕ, ਵਿਊਲਰ ਲੇਕ। ਕਰਨਾਟਕਾ, ਅਗਾਰਾ ਐਂਡ ਉਲਸੂਰ ਲੇਕ। ਉਲਸੂਰ ਲੇਕ ਲਾਸਟ ਈਅਰ ਇੰਪੋਰਟੈਂਟ ਰਹੀ ਸੀ ਕਾਫੀ, ਕਿਉਂਕਿ ਇੱਥੇ ਡਿਊ ਟੂ ਪੋਲਿਊਸ਼ਨ ਕਾਫੀ ਜ਼ਿਆਦਾ ਡੀਗ੍ਰੇਡੇਸ਼ਨ ਹੋ ਰਹੀ ਹੈ ਇਸ ਲੇਕ ਦੀ। ਕੇਰਲਾ, ਕੁਟਾਨੜ ਐਂਡ ਸਸਤਮਕੋਟਾ। ਮੱਧ ਪ੍ਰਦੇਸ਼, ਭੋਜਤਾਲ ਜੋ ਕਿ ਭੋਪਾਲ ਦੇ ਵਿੱਚ ਹੈ। ਦੈਨ ਮਹਾਰਾਸ਼ਟਰਾ, ਸ਼ਿਵ ਸਾਗਰ ਲੇਕ। ਮਣੀਪੁਰ, ਲੋਕਤਕ ਲੇਕ। ਮੇਘਾਲਿਆ, ਉਮੀਅਮ ਲੇਕ। ਮਿਜ਼ੋਰਮ, ਤੈਮਦਿਲ। ਉੜੀਸਾ, ਚਿਲਿਕਾ ਲੇਕ। PSPCL 'ਚ ਕੁਐਸਚਨ ਆਇਆ ਸੀ ਚਿਲਕਾ ਲੇਕ ਕਿਹੜੇ ਸਟੇਟ ਦੇ ਵਿੱਚ ਸਿਚੁਏਟਿਡ ਹੈ। ਪੰਜਾਬ, ਹਰੀਕੇ ਐਂਡ ਕੰਜਲੀ। ਰਾਜਸਥਾਨ, ਸੈਂਬਰ ਲੇਕ। ਸਿੱਕਿਮ, ਸੋਮਗੋ ਲੇਕ। ਤੇਲੰਗਾਨਾ, ਹੁਸੈਨ ਸਾਗਰ, ਬਹੁਤ ਹੀ ਵੱਡੀ ਝੀਲ ਹੈ ਹੈਦਰਾਬਾਦ ਦੇ ਵਿੱਚ, ਹੁਸੈਨ ਸਾਗਰ ਲੇਕ। ਸੋ ਤੇਲੰਗਾਨਾ। ਉੱਤਰ ਪ੍ਰਦੇਸ਼, ਗੋਬਿੰਦ ਸਾਗਰ, ਬੇਲਾ ਸਾਗਰ ਐਂਡ ਭੀਮਤਾਲ। So these are the most important lakes in all the states of India. Take the screenshot. Next, very important, Arogya Setu app. So दोस्तों, being informed Indian and being exam aspirant, ਜਾਂ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਐਜ਼ ਏ ਇੰਡੀਅਨ ਆਪਾਂ ਨੂੰ ਇਸ ਐਪ ਬਾਰੇ ਅੱਛੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਹੈ। ਸੋ ਐਜ਼ ਏ ਮੋਰਲ ਰਿਸਪੋਂਸੀਬਿਲਿਟੀ ਮੈਨੂੰ ਇਸ ਟੋਪਿਕ ਨੂੰ ਲਿੱਤਾ, ਕਿਉਂਕਿ ਨਿਊਜ਼ ਦੇ ਵਿੱਚ ਇਹ ਟੋਪਿਕ ਕਿਉਂ ਰਿਹਾ। ਇੰਡੀਅਨ ਰੇਲਵੇਜ਼ ਮੇਕ ਆਰੋਗਿਆ ਸੇਤੂ ਐਪ ਮੈਂਡੇਟਰੀ ਫੋਰ ਆਲ ਪੈਸੇਂਜਰ। ਜਿਹੜੀਆਂ ਥੋੜ੍ਹੀਆਂ ਬਹੁਤ ਸ਼੍ਰਮਿਕ ਟ੍ਰੇਨਸ ਜਾਂ ਕੁਝ ਟ੍ਰੇਨਸ ਜੋ ਸਪੈਸ਼ਲ ਟ੍ਰੇਨ ਦਿੱਲੀ ਤੋਂ 15 ਸਿਟੀਜ਼ ਨੂੰ ਚਲਾਈਆਂ ਗਈਆਂ, ਉਹਨਾਂ ਦੇ ਵਿੱਚ ਇੰਡੀਅਨ ਰੇਲਵੇ ਨੇ ਜ਼ਰੂਰੀ ਕੀਤਾ ਕਿ ਰੇਲਵੇ ਸਟੇਸ਼ਨ 'ਤੇ ਬੁਕਿੰਗ ਕਰਾ ਕੇ ਜੋ ਵੀ ਪੈਸੇਂਜਰ ਆਏਗਾ ਉਹਦੇ ਮੋਬਾਈਲ ਦੇ ਵਿੱਚ ਆਰੋਗਿਆ ਸੇਤੂ ਐਪ ਜ਼ਰੂਰ ਹੋਣੀ ਚਾਹੀਦੀ ਹੈ। ਸੋ ਦੋਸਤੋ, ਇਸ ਐਪ ਬਾਰੇ ਤੁਸੀਂ ਪਹਿਲਾਂ ਵੀ ਸੁਣਿਆ ਹੋਏਗਾ, ਲੇਕਿਨ ਫਿਰ ਵੀ ਇਹਨੂੰ ਨਹੀਂ ਸੁਣਿਆ ਤਾਂ ਇਹਨੂੰ ਧਿਆਨ ਨਾਲ ਸੁਣੋ। ਐਂਡ ਉਸ ਤੋਂ ਬਾਅਦ ਇਹ ਤੁਹਾਡੀ ਮੋਰਲ ਰਿਸਪੋਂਸੀਬਿਲਿਟੀ ਹੈ ਕਿ ਇਸ ਐਪ ਨੂੰ ਆਪਦੇ ਮੋਬਾਈਲ ਦੇ ਵਿੱਚ ਡਾਊਨਲੋਡ ਵੀ ਕਰੋ। ਇਹ ਹੈ ਕੀ ਇਹ ਐਪ? ਇਹ ਹੈ ਗੌਰਮੈਂਟ ਆਫ ਇੰਡੀਆ ਦੀ ਓਫੀਸ਼ੀਅਲ ਐਪ ਫॉर COVID-19। ਗੌਰਮੈਂਟ ਆਫ ਇੰਡੀਆ ਦੀ ਇਹ ਓਫੀਸ਼ੀਅਲ ਐਪ ਹੈ। ਐਂਡ ਕੀ ਏਮ ਹੈ ਇਸ ਐਪ ਦਾ? ਇਹ ਹੈ ਟਰੈਕ ਕਰਨਾ, ਸਿਟੀਜ਼ਨ ਨੂੰ ਇਨਫੋਰਮ ਕਰਨਾ ਕਿਸ ਬਾਰੇ, ਜੋ ਪੈਂਡੈਮਿਕ, ਜੋ COVID-19 ਦੀ ਪ੍ਰੋਬਲਮ ਚੱਲ ਰਹੀ ਹੈ ਉਸ ਬਾਰੇ। ਜਦੋਂ ਤੁਸੀਂ ਇਹਨੂੰ ਇੰਸਟਾਲ ਕਰਦੇ ਹੋ, ਸਭ ਤੋਂ ਪਹਿਲਾਂ ਲੈਂਗੁਏਜ ਸਿਲੈਕਸ਼ਨ ਆਉਂਦੀ ਹੈ। ਇਹ ਐਗਜ਼ਾਮ ਦਾ ਕੁਐਸਚਨ ਹੈ ਕਿ ਕਿੰਨੇ ਲੈਂਗੁਏਜ ਦੇ ਵਿੱਚ ਇਹਨੂੰ ਲਾਂਚ ਕੀਤਾ ਗਿਆ। ਇਹ ਹੈ 11 ਲੈਂਗੁਏਜ, 11 ਲੈਂਗੁਏਜ। ਸੋ ਅਬਾਊਟ ਦੀ ਐਪ ਬਾਰੇ ਅਗਰ ਆਪਾਂ ਗੱਲ ਕਰੀਏ, ਦਿਸ ਇਜ਼ ਫॉर ਦੀ ਟਰੈਕਿੰਗ ਦੀ COVID-19 ਟ੍ਰਾਂਸਮਿਸ਼ਨ ਐਂਡ ਟ੍ਰੇਸਿੰਗ ਦੀ ਕੰਟੈਕਟ and travel history of individual that are quarantine, infected and suspected। ਅਗਰ ਮੈਂ ਇੱਕ ਲਾਈਨ 'ਚ ਕਹਾਂ ਤਾਂ ਆਰੋਗਿਆ ਸੇਤੂ ਐਪ ਕੋਈ ਵੀ ਇੱਕ ਸਿਟੀਜ਼ਨ ਜਿਹਨੂੰ ਕਿ ਇਹ ਜ਼ਰੂਰੀ ਵੀ ਕੀਤਾ ਗਿਆ ਕਿ ਉਹ ਉਹਦੇ ਕੋਲੋਂ ਹੋਵੇ, ਲੇਕਿਨ ਇਹ ਕਿਉਂ ਜ਼ਰੂਰੀ ਹੈ? ਇਹ ਉਸ ਪਰਸਨ ਦੀ ਆਪ ਦੀ ਸੇਫਟੀ ਲਈ ਅਤੇ ਬਾਕੀ ਜੋ ਉਹਦੇ ਆਸ-ਪਾਸ ਦੇ ਲੋਕ ਹੈ ਉਹਨਾਂ ਦੀ ਸੇਫਟੀ ਲਈ ਇਹ ਜੋ ਐਪ ਹੈ ਇਹ ਇੰਪੋਰਟੈਂਟ ਹੈ। ਸੋ ਉਹਨੇ ਕੰਮ ਕਿਵੇਂ ਕਰਦੀ ਹੈ? ਇਹ ਕੰਮ ਕਿਸ ਤਰ੍ਹਾਂ ਕਰਦੀ ਹੈ? ਜਿਵੇਂ ਕਿ ਇਸ ਪਿਕ ਦੇ ਵਿੱਚ ਦਿਖਾਇਆ ਗਿਆ ਹੈ, ਇਹ ਯੂਜ਼ ਕਰਦੀ ਹੈ ਲੋਕੇਸ਼ਨ ਡਾਟਾ ਐਂਡ ਬਲੂਟੂਥ ਬੇਸ ਪ੍ਰੋਕਸੀਮਿਟੀ ਟਰੈਕਿੰਗ। ਸਪੋਜ਼ ਫੋਰ ਐਗਜ਼ਾਮਪਲ ਆਪਾਂ ਮਾਰਕੀਟ ਦੇ ਵਿੱਚ ਜਾਂਦੇ ਹਾਂ ਐਂਡ ਆਪਣੇ ਮੋਬਾਈਲ ਦੇ ਵਿੱਚ ਵੀ ਇਹ ਸਮਾਰਟਫੋਨ ਦੀ ਐਪ ਹੈ, ਆਪਣੇ ਮੋਬਾਈਲ ਦੇ ਵਿੱਚ ਵੀ ਆਰੋਗਿਆ ਸੇਤੂ ਐਪ ਹੈ। ਐਂਡ ਆਸੇ-ਪਾਸੇ ਦੇ ਮੰਨ ਲਓ ਜੋ ਵੀ ਲੋਕ, ਮੰਨ ਲਓ 5 ਲੋਕ ਆਪਣੇ ਆਸੇ-ਪਾਸੇ ਖੜੇ ਹੈ, ਅਗਰ ਉਹਨਾਂ ਦੇ ਵੀ ਮੋਬਾਈਲ ਦੇ ਵਿੱਚ ਆਰੋਗਿਆ ਸੇਤੂ ਐਪ ਹੈ, ਦੈਨ ਅਗਰ ਉਹਨਾਂ 'ਚੋਂ ਕੋਈ ਇਨਫੈਕਟਿਡ ਹੈ, ਕੋਈ ਕੁਆਰੰਟਾਈਨ ਦੇ ਵਿੱਚ ਹੈ ਜਾਂ ਕੋਈ ਸਸਪੈਕਟ ਵੀ ਹੈ, ਤਾਂ ਆਪਾਂ ਨੂੰ ਆਪਣੇ ਮੋਬਾਈਲ ਦੀ ਐਪ 'ਤੇ ਉਹ ਜੋ ਹੈ ਉਹ ਅਲਰਟ ਜਾਰੀ ਹੋ ਜਾਏਗਾ ਕਿ ਤੁਸੀਂ ਇੱਕ ਡੇਂਜਰ ਜ਼ੋਨ ਦੇ ਵਿੱਚ ਆ ਰਹੇ ਹੋ ਜਾਂ ਤੁਸੀਂ ਇੱਕ ਰੈੱਡ ਜ਼ੋਨ ਦੇ ਵਿੱਚ ਆ ਰਹੇ ਹੋ। ਇਹ ਉਦੋਂ ਹੀ ਪੋਸੀਬਲ ਹੈ ਅਗਰ ਸਾਰੇ ਜੋ ਸਿਟੀਜ਼ਨ ਹੈ ਉਹ ਜਾਗਰੂਕ ਹੋਣ,
ਤੇ ਆਪਦੇ ਮੋਬਾਈਲ ਦੇ ਵਿੱਚ ਉਹਨਾਂ ਨੇ ਆਪਦੀ ਕੰਪਲੀਟ ਇਨਫੋਰਮੇਸ਼ਨ ਜਿੰਨਾ ਕੁਝ ਵੀ ਪੁੱਛਿਆ ਜਾਂਦਾ ਹੈ ਤੁਹਾਡੀ ਟਰੈਵਲ ਹਿਸਟਰੀ ਬਾਰੇ, ਤੁਹਾਨੂੰ ਇਸ ਟਾਈਮ ਜੋ ਵੀ ਸਿੰਪਟਮ ਹੈ ਉਸ ਦੇ ਬਾਰੇ, ਇਹ ਸਾਰਾ ਕੁਝ ਪੁੱਛਿਆ ਜਾਂਦਾ ਹੈ। ਸੋ ਉਹ ਤੁਹਾਨੂੰ ਬਚਾਉਣ ਦੇ ਨਾਲ ਨਾਲ ਤੁਹਾਡੇ ਆਸੇ-ਪਾਸੇ ਦੇ ਸਾਰੇ ਲੋਕਾਂ ਨੂੰ ਵੀ ਇਨਫੈਕਸ਼ਨ ਤੋਂ ਬਚਾਉਂਦੀ ਹੈ। ਸੋ ਦਿਸ ਇਜ਼ ਆਰੋਗਿਆ ਸੇਤੂ ਐਪ। ਗਵਰਨਮੈਂਟ ਆਫ ਇੰਡੀਆ ਨੇ ਕਿਹਾ ਹੈ ਕਿ ਜੋ ਡਾਟਾ ਤੁਸੀਂ ਇਹਦੇ ਵਿੱਚ ਦੇ ਰਹੇ ਹੋ ਦੈਟ ਡਾਟਾ ਇਜ਼ ਫੁੱਲੀ ਸਿਕਿਉਰ। ਸੋ ਆਰੋਗਿਆ ਸੇਤੂ ਐਪ। ਇਸ ਬਾਰੇ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਪਲੀਜ਼ ਤੁਸੀਂ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ। ਦੈਨ ਇਸ ਵੀਕ ਸਭ ਤੋਂ ਇੰਪੋਰਟੈਂਟ ਰਿਹਾ, ਹਰ ਇੱਕ ਦੀ ਜ਼ਬਾਨ 'ਤੇ ਰਿਹਾ 20 ਲੱਖ ਕਰੋੜ। ਠੀਕ ਹੈ, ਤੁਸੀਂ ਪੜ੍ਹਿਆ ਵੀ ਹੈ, ਠੀਕ ਹੈ, ਇਸ 'ਤੇ ਕਾਫੀ ਕੁਛ ਆਇਆ। ਸੋ ਇਹਦੇ ਬਾਰੇ ਆਪਾਂ ਸਿਰਫ ਓਨਾ ਹੀ ਕਰਾਂਗੇ ਬਿਨਾਂ ਪੋਲੀਟਿਕਸ ਦੇ ਵਿੱਚ ਜਾਂਦੇ ਹੋਏ ਕਿ ਇਹ ਇਸ ਤਰ੍ਹਾਂ ਦਿੱਤਾ ਜਾਏਗਾ ਨਹੀਂ ਦਿੱਤਾ ਜਾਏਗਾ, ਬਿਨਾਂ ਉਸ ਦੇ, ਕਿਉਂਕਿ ਆਪਾਂ ਇੱਕ ਐਗਜ਼ਾਮ ਐਸਪਾਇਰੈਂਟ ਹਾਂ। ਸਭ ਤੋਂ ਪਹਿਲਾਂ ਆਪਣਾ ਪਰਪਸ ਹੈ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਕਿਸੇ ਵੀ ਇਨਫੋਰਮੇਸ਼ਨ ਨੂੰ ਲੈਣਾ। ਸੋ ਟੌਪਿਕ ਸੀ ਆਤਮ ਨਿਰਭਰ ਭਾਰਤ। ਮੋਦੀ ਜੀ ਨੇ ਜੋ ਮੰਡੇ ਨੂੰ ਜੋ ਐਸੇ ਮੰਡੇ ਜੋ ਸੰਬੋਧਿਤ ਕੀਤਾ ਇੰਡੀਆ ਨੂੰ, ਉਹਦੇ 'ਚ ਕਿਹਾ ਗਿਆ ਕਿ ਅਸੀਂ ਇੱਕ ਅਭਿਆਨ ਲੈ ਕੇ ਆ ਰਹੇ ਹਾਂ ਜੋ ਹੈ ਆਤਮ ਨਿਰਭਰ ਭਾਰਤ। ਸੋ ਹੁਣ ਆਤਮ ਨਿਰਭਰ ਭਾਰਤ ਬਾਰੇ ਆ ਇੱਕ ਜੋ ਨਿਊਜ਼ 'ਚ ਰਿਹਾ, ਆ ਪਿਕ ਜੋ ਹੈ ਹਰ ਨਿਊਜ਼ਪੇਪਰ ਦੇ ਵਿੱਚ ਆਈ। ਸੋ ਐਸੇ ਬਾਰੇ ਅਗਰ ਆਪਾਂ ਡਿਸਕਸ ਕਰੀਏ, ਸੋ ਕੀ ਸੀ ਇਹ ਪ੍ਰੋਗਰਾਮ, ਦੈਟ ਇਜ਼ ਸੈਲਫ ਰਿਲਾਇੰਟ ਇੰਡੀਆ। 5 ਪਿਲਰ ਉਹਨਾਂ ਨੇ ਕਹੇ ਜੋ ਕਿ ਬਹੁਤ ਇੰਪੋਰਟੈਂਟ ਹੈ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਤੁਹਾਨੂੰ ਇਹ ਕੁਐਸਚਨ ਆ ਸਕਦਾ ਹੈ ਕਿ ਇਹਨਾਂ 'ਚੋਂ ਕਿਹੜਾ ਪਿਲਰ ਆਤਮ ਨਿਰਭਰ ਭਾਰਤ ਦਾ ਹਿੱਸਾ ਨਹੀਂ ਹੈ, ਤਾਂ ਇਸ ਤਰ੍ਹਾਂ ਦਾ ਕੁਐਸਚਨ ਆ ਸਕਦਾ ਹੈ। ਕਿਹੜੇ ਕਿਹੜੇ 5 ਪਿਲਰ ਰਹੇ? ਫਸਟ ਇਜ਼ ਇਕਨੋਮੀ, ਸੈਕਿੰਡ ਇਜ਼ ਇਨਫਰਾਸਟਰਕਚਰ, ਥਰਡ ਇਜ਼ ਸਿਸਟਮ ਐਂਡ ਡੈਮੋਗ੍ਰਾਫੀ ਐਂਡ ਡਿਮਾਂਡ। ਇਹ 5 ਜੋ ਹੈ ਇਕਨੋਮੀ, ਇਨਫਰਾਸਟਰਕਚਰ, ਸਿਸਟਮ, ਡੈਮੋਗ੍ਰਾਫੀ ਐਂਡ ਡਿਮਾਂਡ, ਇਹ 5 ਪਿਲਰ ਹੈ ਇੰਡੀਆ ਨੂੰ ਸੈਲਫ ਰਿਲਾਇੰਟ ਹੋਣ ਲਈ। ਫੋਕਸ ਕੀਤਾ ਜਾਏਗਾ 4L ਤੇ, ਲੈਂਡ, ਲੇਬਰ, ਲਿਕੁਇਡਿਟੀ ਐਂਡ ਲॉज। ਪੈਕੇਜ ਕਿੰਨਾ ਹੋਏਗਾ ਕੰਪਲੀਟ? 20 ਲੱਖ ਕਰੋੜ ਐਂਡ ਇਟ ਵਿਲ ਬੀ 10% ਆਫ ਇੰਡੀਆਜ਼ GDP। ਜੋ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੁੰਦਾ ਹੈ, ਵਟ ਇਜ਼ ਗ੍ਰੋਸ ਡੋਮੈਸਟਿਕ ਪ੍ਰੋਡਕਟ? ਦੀ ਟੋਟਲ ਵੈਲਿਊ ਆਫ ਦੀ ਸਰਵਿਸਿਜ਼ ਐਂਡ ਦੀ ਪ੍ਰੋਡਕਸ਼ਨ ਵਿਦਿਨ ਦੀ ਟੈਰੀਟਰੀ ਆਫ ਇੰਡੀਆ। ਇੱਕ ਸਾਲ ਦੇ ਵਿੱਚ ਕਿੰਨੀ ਵੈਲਿਊ ਦੀ ਆਪਾਂ ਪ੍ਰੋਡਕਸ਼ਨ ਕਰਦੇ ਹਾਂ, ਉਹ ਹੁੰਦਾ GDP ਦਾ 10%, 20 ਲੱਖ ਕਰੋੜ ਆਤਮ ਨਿਰਭਰ ਭਾਰਤ ਅਭਿਆਨ ਦਾ ਜੋ ਪੈਕੇਜ ਹੈ। ਇੱਕ ਵਰਡ ਤੇ ਜ਼ੋਰ ਦਿੱਤਾ PM ਸਾਹਿਬ ਨੇ, ਉਹ ਹੈ ਗਲੋਕਲ। ਵਟ ਇਜ਼ ਗਲੋਕਲ? ਗਲੋਕਲ ਇਜ਼ ਵੋਕਲ ਫॉर ਆਵਰ ਲੋਕਲ ਪ੍ਰੋਡਕਟਸ। ਉਹਨਾਂ ਨੇ ਕਿਹਾ ਕਿ ਅਗਰ ਆਪਾਂ ਆਪਦੇ ਪੈਰਾਂ 'ਤੇ ਸਟੈਂਡ ਹੋਣਾ ਹੈ ਤਾਂ ਇੰਡੀਆ ਨੂੰ ਕੀ ਕਰਨਾ ਪਊਗਾ, ਜੋ ਇੰਡੀਆ ਦੇ ਲੋਕਲ ਪ੍ਰੋਡਕਟਸ ਹੈ ਉਹਦੇ ਲਈ ਵੋਕਲ ਹੋਣਾ ਪਊਗਾ, ਉਹਨੂੰ ਜੋ ਹੈ ਪੋਪੂਲਰਾਈਜ਼ ਕਰਨਾ ਪਏਗਾ। ਸੋ ਡਿਫਰੈਂਟ ਪਾਰਟਸ ਹੈ ਐਸ ਦੇ, ਜੋ ਕਿ 1 ਬਾਈ 1 ਜੋ ਫਾਈਨੈਂਸ ਮਿਨਿਸਟਰ ਹੈ ਉਹ ਅਨਾਊਂਸ ਕਰ ਰਹੀ ਹੈ। ਸਭ ਤੋਂ ਇੰਪੋਰਟੈਂਟ ਰਿਹਾ ਪਾਰਟ 1, ਜਿੰਦੇ ਵਿੱਚ 3 ਲੱਖ ਕਰੋੜ ਦਿੱਤੇ ਗਏ MSMEs ਨੂੰ। ਠੀਕ ਹੈ, ਇਸ ਬਾਰੇ ਆਪਾਂ ਹੁਣੇ ਗੱਲ ਕਰਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਆਤਮ ਨਿਰਭਰ ਭਾਰਤ ਬਾਰੇ ਤੁਸੀਂ ਯਾਦ ਰੱਖਣਾ ਇਹਦੇ 5 ਪਿਲਰ। ਤੁਸੀਂ ਯਾਦ ਰੱਖਣਾ ਹੈ ਫੋਕਸ ਕਿਸ ਚੀਜ਼ ਤੇ ਕੀਤਾ ਜਾਏਗਾ। ਠੀਕ ਹੈ, ਇਹ ਸਾਰੀ ਚੀਜ਼ ਇਹਦੇ ਵਿੱਚ ਜੋ ਹੈ ਉਹ ਦਿੱਤੀ ਗਈ ਹੈ। ਉਸ ਤੋਂ ਬਾਅਦ ਇਹ ਵੀ ਦਿੱਤਾ ਗਿਆ ਕਿ ਕਿਹਨੂੰ ਕੈਟਰ ਕੀਤਾ ਜਾਏਗਾ, ਮੇਨਲੀ ਲੇਬਰਰਸ ਨੂੰ, ਕੋਟੇਜ ਇੰਡਸਟਰੀ ਨੂੰ, MSME ਨੂੰ, ਅਦਰ ਇੰਡਸਟਰੀਜ਼ ਨੂੰ, ਇਹ ਜੋ ਹੈ ਇਹ ਜੋ ਕੈਟਰ ਕੀਤਾ ਜਾਏਗਾ ਤਾਂ ਕਿ ਇੰਡੀਆ ਸੈਲਫ ਰਿਲਾਇੰਟ ਬਣ ਸਕੇ, ਆਪਦੇ ਪੈਰਾਂ 'ਤੇ ਆਪ ਖੜਾ ਹੋ ਸਕੇ। ਨੈਕਸਟ, ਵੈਰੀ ਇੰਪੋਰਟੈਂਟ, ਇਸ ਵੀਕ ਇੱਕ ਟਰਮ ਬੜੀ ਇੰਪੋਰਟੈਂਟ ਰਹੀ, ਹਰ ਜਗ੍ਹਾ ਯੂਜ਼ ਕੀਤਾ ਗਿਆ, MSME। ਸੋ ਨੋਟ ਈਵਨ ਫਰੋਮ ਦੀ ਐਗਜ਼ਾਮ ਪੁਆਇੰਟ ਆਫ ਵਿਊ, ਬੀਇੰਗ ਅ ਇਨਫੋਰਮਡ ਇੰਡੀਅਨ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ MSME ਹੁੰਦਾ ਕੀ ਹੈ। ਲਘੂ ਸੂਖਮ ਉਦਯੋਗ, ਇਹ ਕੀ ਚੀਜ਼ ਹੁੰਦੀ ਹੈ MSME? ਨਿਊਜ਼ ਕੀ ਰਹੀ? ਗਵਰਨਮੈਂਟ ਆਫ ਇੰਡੀਆ ਗਿਵਸ ਨਿਊ ਡੈਫੀਨੇਸ਼ਨ ਆਫ MSME। ਸੋ ਮਾਈਕਰੋ ਸਮੋਲ ਮੀਡੀਅਮ ਐਂਟਰਪ੍ਰਾਈਜ਼ਿਸ, ਪਹਿਲਾਂ ਇਹਦੀ ਡੈਫੀਨੇਸ਼ਨ ਕੁਝ ਹੋਰ ਸੀ। ਐਸੇ ਵੀਕ ਗਵਰਨਮੈਂਟ ਆਫ ਇੰਡੀਆ ਨੇ ਇਹਦੀ ਨਿਊ ਡੈਫੀਨੇਸ਼ਨ ਦਿੱਤੀ। ਸੋ ਪਹਿਲਾਂ ਵਾਲੀ ਡੈਫੀਨੇਸ਼ਨ ਕਰਨ ਨੂੰ ਆਪਾਂ ਕਰ ਸਕਦੇ ਹਾਂ, ਲੇਕਿਨ ਉਹਦਾ ਹੁਣ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੈ। ਸੋ ਆਪਾਂ ਲੇਟੈਸਟ ਜੋ ਇਹਦੀ ਡੈਫੀਨੇਸ਼ਨ ਹੈ ਆਪਾਂ ਉਹ ਕਰਾਂਗੇ। ਇਹ ਕੀ ਹੈ ਦੋਸਤੋ? ਆਹ ਦੇਖੋ, ਇਹ ਡਿਫਰੈਂਟ ਉਦਯੋਗ ਦਿਖਾਏ ਗਏ ਹੈ। ਤੁਸੀਂ ਖੁਦ ਵੀ ਅਗਰ ਕੋਈ ਆਪਦਾ ਕੰਮ ਕਰਦੇ ਹੋ ਜਾਂ ਕੋਈ ਉਦਯੋਗ ਲਗਾਉਣਾ ਚਾਹੁੰਦੇ ਹੋ, ਕੋਈ ਛੋਟੀ ਫੈਕਟਰੀ ਆਪਾਂ ਲਗਾਉਂਦੇ ਹਾਂ, ਤਾਂ ਉਹ ਕਿਸ ਕੈਟੇਗਰੀ ਦੇ ਵਿੱਚ ਆਏਗੀ, ਉਸੇ ਕੈਟੇਗਰੀ ਦੇ ਹਿਸਾਬ ਨਾਲ ਉਹਨੂੰ ਸਹੂਲਤਾਂ ਮਿਲਦੀਆਂ, ਉਸੇ ਕੈਟੇਗਰੀ ਦੇ ਹਿਸਾਬ ਨਾਲ ਜੋ ਟੈਕਸਿਸ ਹੈ ਉਸ ਤਰ੍ਹਾਂ ਦਾ ਸਟਾਰਟਅਪ ਹੁੰਦਾ। ਸੋ ਮਾਈਕਰੋ ਕਿਹਨੂੰ ਕਿਹਾ ਜਾਏਗਾ? ਇੱਥੇ ਦੋ ਚੀਜ਼ਾਂ ਹੈ। ਜਦੋਂ ਵੀ ਆਪਾਂ ਕੋਈ ਕੰਮ ਕਰਦੇ ਹਾਂ ਤਾਂ ਆਪਣੀ ਕੀ ਹੁੰਦੀ ਹੈ? ਇਨਵੈਸਟਮੈਂਟ।
ਐਂਡ ਪੂਰੇ ਸਾਲ ਦੀ ਜੋ ਆਪਣੀ ਜਿਵੇਂ ਆਪਾਂ ਪੰਜਾਬੀ 'ਚ ਵਟਕ ਕਹਿ ਦਿੰਦੇ ਆ ਨਾ ਕਿਸੇ ਦੁਕਾਨ ਦੀ, ਤਾਂ ਜੋ ਵੀ ਟਰਨ ਹੁੰਦੀ ਹੈ, ਟਰਨ, ਠੀਕ ਹੈ, ਉਹ ਕੰਪਲੀਟ ਉਹਨੇ ਕਿੰਨਾ ਕਮਾਇਆ ਜਾਂ ਕਿੰਨੀ ਉਹਦੀ ਜੋ ਹੈ ਉਹ ਵਟਕ ਹੋਈ, ਉਹ ਹੁੰਦੀ ਹੈ ਟਰਨ ਜਮਾ ਅਗਰ ਆਪਾਂ ਸਿੰਪਲ ਲੈਂਗੁਏਜ ਗੱਲ ਕਰੀਏ। ਸੋ ਅਗਰ ਆਪਾਂ ਮਾਈਕਰੋ ਦੀ ਗੱਲ ਕਰੀਏ, ਇਨਵੈਸਟਮੈਂਟ ਅਗਰ 1 ਕਰੋੜ ਤੱਕ ਦੀ ਇਨਵੈਸਟਮੈਂਟ ਹੈ ਐਂਡ ਸਾਲ ਦਾ ਟਰਨ ਹੈ 5 ਕਰੋੜ, ਤਾਂ ਉਹ ਕਿਹੜੀ ਐਂਟਰਪ੍ਰਾਈਜ਼ ਹੋਏਗੀ? ਮਾਈਕਰੋ। ਅਗਰ ਇਨਵੈਸਟਮੈਂਟ 10 ਕਰੋੜ ਹੈ ਐਂਡ ਟਰਨ ਹੈ 50 ਕਰੋੜ, ਤਾਂ ਉਹ ਕਿਹੜੀ ਹੋਏਗੀ? ਸਮੋਲ। ਇੱਥੋਂ ਤੱਕ, ਠੀਕ ਹੈ। ਐਂਡ ਉਸ ਤੋਂ ਬਾਅਦ ਅਗਰ ਇਨਵੈਸਟਮੈਂਟ ਹੈ 20 ਕਰੋੜ, ਟਰਨ ਹੈ 100 ਕਰੋੜ, ਤਾਂ ਕਿਹੜੀ ਐਂਟਰਪ੍ਰਾਈਜ਼ ਹੋਏਗੀ? ਉਹ ਮੀਡੀਅਮ ਐਂਟਰਪ੍ਰਾਈਜ਼। ਬਹੁਤ ਇੰਪੋਰਟੈਂਟ ਡਾਟਾ ਹੈ ਫਰੈਂਡਸ, ਇਹ ਤੁਹਾਨੂੰ ਸਪੈਸ਼ਲੀ ਜੋ ਹੈ ਇਹ ਨਿਊਜ਼ਪੇਪਰ 'ਚੋਂ ਬਿਲਕੁਲ ਡਿਟੇਲ 'ਚ ਜਾ ਕੇ ਲੱਭਣਾ ਪਏਗਾ, ਲੇਕਿਨ ਤੁਹਾਡੇ ਸਾਹਮਣੇ ਹੈ ਮਾਈਕਰੋ, ਸਮੋਲ, ਮੀਡੀਅਮ ਐਂਟਰਪ੍ਰਾਈਜ਼, ਇਹਦੀ ਡੈਫੀਨੇਸ਼ਨ ਗੌਰਮੈਂਟ ਆਫ ਇੰਡੀਆ ਨੇ ਕੀ ਦਿੱਤੀ ਹੈ, ਇਹ ਡੈਫੀਨੇਸ਼ਨ ਤੁਹਾਡੇ ਸਾਹਮਣੇ ਹੈ। ਨੈਕਸਟ ਆਪਣਾ ਅੱਜ ਦਾ ਲਾਸਟ ਟੋਪਿਕ ਦੈਟ ਇਜ਼ ਸੈਂਟਰਲ ਆਰਮਡ ਪ੍ਰੋਟੈਕਸ਼ਨ ਫੋਰਸਿਸ, CAPF। ਸੋ ਇਹ CAPF ਕੀ ਚੀਜ਼ ਹੈ? ਨਿਊਜ਼ 'ਚ ਆਇਆ, ਹੋਮ ਮਿਨਿਸਟਰ ਆਪਣੇ ਅਮਿਤ ਸ਼ਾਹ ਜੀ ਨੇ ਕਿਹਾ ਕਿ CAPF ਕੰਟੀਨਸ ਟੂ ਸੈਲ ਓਨਲੀ ਇੰਡੀਜੀਨੀਅਸ ਪ੍ਰੋਡਕਟਸ ਫਰੋਮ June 1। ਜਿਵੇਂ ਆਪਾਂ ਕਿਹਾ ਨਾ ਕਿ ਆਤਮ ਨਿਰਭਰ ਅਭਿਆਨ ਲਈ ਆਪਾਂ ਨੂੰ ਲੋਕਲ ਪ੍ਰੋਡਕਟਸ ਨੂੰ ਵੋਕਲ ਕਰਨਾ ਪਏਗਾ। ਸੋ ਇਹਨੂੰ ਇਸ ਬਾਰੇ ਇਨੀਸ਼ੀਏਟ ਕੀਤਾ ਅਮਿਤ ਸ਼ਾਹ ਜੀ ਨੇ। ਉਹਨਾਂ ਨੇ ਕਿਹਾ ਕਿ ਸੈਂਟਰ ਆਰਮਡ ਪ੍ਰੋਟੈਕਸ਼ਨ ਫੋਰਸਿਸ ਦੀਆਂ ਜਿੰਨੀਆਂ ਵੀ ਕੰਟੀਨਸ ਹੈ ਉਹਨਾਂ ਦੇ ਵਿੱਚ ਇੰਡੀਜੀਨੀਅਸ ਪ੍ਰੋਡਕਟ ਹੀ ਮਿਲਣਗੇ June 1 ਤੋਂ। ਸੋ ਇਹ ਸੈਂਟਰਲ ਆਰਮਡ ਪ੍ਰੋਟੈਕਸ਼ਨ ਫੋਰਸਿਸ ਕੀ ਚੀਜ਼ ਹੈ? ਆਪਣੇ ਲਈ ਸਟੈਟਿਕ ਜੀਕੇ ਦਾ ਇਹ ਟੋਪਿਕ ਬਣ ਜਾਂਦਾ ਹੈ। ਸੋ ਫਰੈਂਡਸ, ਇੰਡੀਅਨ ਆਰਮੀ ਹੁੰਦੀ ਹੈ, ਤੁਹਾਨੂੰ ਪਤਾ ਹੈ, ਇੰਡੀਅਨ ਨੇਵੀ ਹੁੰਦੀ ਹੈ, ਦੈਨ ਏਅਰ ਫੋਰਸ ਹੁੰਦਾ ਹੈ। ਇਹ ਤਿੰਨ ਤਾਂ ਜੋ ਹੈ ਆਰਮੀ ਦੇ ਜੋ 3 ਬ੍ਰਾਂਚਿਸ ਜਾਂ 3 ਆਰਮਸ ਹੁੰਦੀਆਂ। ਬਟ ਉਸ ਤੋਂ ਇਲਾਵਾ ਦੇਅਰ ਆਰ ਡਿਫਰੈਂਟ ਪ੍ਰੋਟੈਕਸ਼ਨ ਫੋਰਸਿਸ ਜਿਹੜੇ ਕਿ ਸਮੇਂ-ਸਮੇਂ 'ਤੇ ਬਣਾਈਆਂ ਗਈਆਂ ਡਿਫਰੈਂਟ ਪਰਪਸ ਲਈ, ਉਹਨਾਂ ਨੂੰ ਕਿਹਾ ਜਾਂਦਾ ਹੈ ਸੈਂਟਰਲ ਆਰਮਡ ਪ੍ਰੋਟੈਕਸ਼ਨ ਫੋਰਸਿਸ। ਸੋ ਮੇਨਲੀ ਇੰਡੀਆ ਦੇ ਵਿੱਚ ਮੇਨਲੀ ਕੀ ਟੋਟਲੀ ਆ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦਿਖਾਇਆ ਹੈ, ਇਹ ਪਿਕ ਦਿਖਾਈ ਹੈ, ਮੇਨਲੀ 7 ਜੋ ਹੈ ਉਹ ਇਸ ਤਰ੍ਹਾਂ ਦੇ ਸੈਂਟਰਲ ਆਰਮਡ ਪ੍ਰੋਟੈਕਸ਼ਨ ਫੋਰਸਿਸ ਹੈ। ਉਹਨਾਂ ਨੂੰ ਅਲਫਾਬੈਟਿਕਲੀ ਮੈਂ ਇੱਥੇ ਦਿਖਾਇਆ ਹੈ। ਇਹ ਹੈ ਕੰਪਲੀਟ ਡਾਟਾ ਹੈ ਫਰੈਂਡਸ ਕਿ ਕਦੋਂ ਇਹਨਾਂ ਦੀ ਫੋਰਮੇਸ਼ਨ ਹੋਈ ਐਂਡ ਕਰੰਟ ਜੋ ਇਹਨਾਂ ਦੇ DG ਕਰੰਟ ਡਾਇਰੈਕਟਰ ਜਨਰਲ ਇਹਨਾਂ ਦੇ ਕੌਣ ਹੈ। ਜਿਵੇਂ ਫਸਟ ਦੇਖੋ AR ਮੀਨਸ ਅਸਮ ਰਾਈਫਲਸ, ਜੋ ਕਿ ਨਾਰਥ ਈਸਟ ਏਰੀਆ ਦਾ ਦੀ ਸਿਕਿਉਰਿਟੀ ਦੇਖਦੇ ਹੈ। 1835 'ਚ ਫੋਰਮੇਸ਼ਨ ਹੋਈ। ਕਰੰਟ ਡਾਇਰੈਕਟਰ ਜਨਰਲ ਹੈ ਸ਼੍ਰੀ ਸੁਖਦੀਪ ਸਾਂਗਵਾਨ। ਦੈਨ BSF ਬੋਰਡਰ ਸਿਕਿਉਰਿਟੀ ਫੋਰਸ 1965 ਦੇ ਵਿੱਚ ਬਣਿਆ। VK ਜੋਹਰੀ ਜੀ ਜੋ ਹੈ ਉਹ ਇਹਨਾਂ ਦੇ ਡਾਇਰੈਕਟਰ ਜਨਰਲ ਹੈ। ਦੈਨ CISF, ਇਹ ਤੁਹਾਨੂੰ ਸਮਝਣਾ ਪਏਗਾ CISF ਕੀ ਹੈ? ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ। ਇੰਡਸਟਰੀਅਲ ਸਿਕਿਉਰਿਟੀ ਫੋਰਸ ਮੀਨਸ ਜਦੋਂ ਮੰਨ ਲਓ ਆਪਾਂ 에ਅਰਪੋਰਟ ਤੇ ਜਾਂਦੇ ਹਾਂ, 에ਅਰਪੋਰਟ ਤੇ ਜੋ ਸਿਕਿਉਰਿਟੀ ਹੈ ਉਹ ਸਾਰੀ ਕਿਹਦੇ ਅੰਡਰ ਹੁੰਦੀ ਹੈ? CISF ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ 1969 ਦੇ ਵਿੱਚ ਬਣਿਆ ਐਂਡ ਸ਼੍ਰੀ ਰਾਜੇਸ਼ ਰੰਜਨ ਜੀ ਇਹਦੇ ਡਾਇਰੈਕਟਰ ਜਨਰਲ ਹੈ। ਦੈਨ CRPF ਸੈਂਟਰਲ ਰਿਜ਼ਰਵ ਪੁਲਿਸ ਫੋਰਸ 1939 'ਚ ਬਣਿਆ ਐਂਡ ਸ਼੍ਰੀ AP ਮਹੇਸ਼ਵਰੀ ਇਹਦੇ ਡਾਇਰੈਕਟਰ ਜਨਰਲ ਹੈ। ITBP ਇੰਡੋ ਤਿਬੇਤੀਅਨ ਬੋਰਡਰ ਪੁਲਿਸ। ਸੋ ਇੰਡੀਆ ਤੇ ਤਿੱਬਤ ਦਾ ਜੋ ਆਪਾਂ ਹੁਣੇ ਅੱਜ ਤਿੱਬਤ ਦਾ ਕਰਕੇ ਆਏ ਨਾ ਕਿ ਚਾਈਨਾ ਨਾਲੋਂ ਥੋੜਾ ਕਨਫਰਟੇਸ਼ਨ ਰਿਹਾ, ਇੰਡੋ ਤਿਬੇਤੀਅਨ ਇਹ ਬਣਾਇਆ ਗਿਆ ਸੀ 1962 ਜਦੋਂ ਚਾਈਨਾ ਨੇ ਇੰਡੀਆ ਤੇ ਹਮਲਾ ਕੀਤਾ ਸੀ, ਉਦੋਂ ਬਣਾਇਆ ਗਿਆ ਸੀ ਇੰਡੋ ਤਿਬੇਤੀਅਨ ਬੋਰਡਰ ਪੁਲਿਸ। ਸ਼੍ਰੀ SS ਦੇਸਵਾਲ ਜੀ ਇਹਨਾਂ ਦੇ ਡਾਇਰੈਕਟਰ ਜਨਰਲ ਹੈ। ਨੈਸ਼ਨਲ ਸਿਕਿਉਰਿਟੀ ਗਾਰਡ NSG ਜਿਹਨੂੰ ਆਪਾਂ ਕਮਾਂਡੋ ਕਹਿ ਦਿੰਦੇ ਹਾਂ 1986 ਐਂਡ ਇਹਨਾਂ ਦੇ ਜੋ DG ਹੈ ਉਹ ਹੈ ਸ਼੍ਰੀ ਅਨੂਪ ਕੁਮਾਰ ਸਿੰਘ। ਦੈਨ SSB ਸਸ਼ਸਤਰ ਸੀਮਾ ਬਲ, ਇਹ 1963 ਦੇ ਵਿੱਚ ਬਣਾਇਆ ਗਿਆ ਐਂਡ ਇਹਦੇ ਜੋ ਹੈ ਇਹ ਹੈ ਡਾਇਰੈਕਟਰ ਜਨਰਲ ਸ਼੍ਰੀ ਕੁਮਾਰ ਰਾਜੇਸ਼ ਚੰਦਰਾ। ਸੋ ਦੋਸਤੋ ਇਸ ਤੋਂ ਵੱਧ ਕੰਟੈਂਟ ਮੈਨੂੰ ਨਹੀਂ ਲੱਗਦਾ ਤੁਹਾਨੂੰ ਕਿੱਥੇ ਮਿਲ ਸਕਦਾ ਹੈ। ਸੋ ਇਹ ਸਾਰੇ ਕੰਟੈਂਟ ਨੂੰ ਅੱਛੀ ਤਰ੍ਹਾਂ ਤੁਸੀਂ ਸਟੱਡੀ ਕਰਨਾ ਹੈ। ਇਹ ਉਹੀ ਐਗਜ਼ੈਕਟਲੀ ਬੈਕਬੋਨ ਹੈ ਐਗਜ਼ਾਮ ਦੀ ਜੋ ਤੁਹਾਨੂੰ ਡਾਇਰੈਕਟਲੀ ਕਰੰਟ ਅਫੇਅਰ ਨਾਲ ਰਿਲੇਟ ਕਰਦੀ ਹੋਈ ਸਟੈਟਿਕ GK ਪੁੱਛੀ ਜਾਂਦੀ ਹੈ। ਸੋ ਦੋਸਤੋ ਆਪਦੀ ਫੀਡਬੈਕ ਜ਼ਰੂਰ ਦੇਣੀ ਹੈ ਲੈਕਚਰ ਦੀ। ਹਰ ਸੰਡੇ ਇਹ ਲੈਕਚਰ ਆਉਂਦਾ ਹੈ, ਸੰਡੇ GK ਬਲਾਸਟ। ਉਸ ਤੋਂ ਬਾਅਦ ਟਿਊਜ਼ਡੇ ਐਂਡ ਫਰਾਈਡੇ ਆਪਾਂ ਸਟੈਟਿਕ GK ਦਾ ਹਰ ਵੀਕ ਡਿਫਰੈਂਟ ਆਪਾਂ ਟੌਪਿਕਸ ਲੈ ਕੇ ਉਹਨਾਂ ਨੂੰ ਡਿਟੇਲ 'ਚ ਕਰਦੇ ਹਾਂ। ਸਾਰੀਆਂ ਵੀਡੀਓ ਪਲੇਲਿਸਟ ਦੇ ਵਿੱਚ ਦਿੱਤੀਆਂ ਗਈਆਂ, ਤੁਸੀਂ ਜਾ ਕੇ ਦੇਖ ਸਕਦੇ ਹੋ। ਓਕੇ ਫਰੈਂਡਸ, ਗੁੱਡ ਬਾਏ।